कोविड-19 ਪੈਂਡੈਮਿਕ ਅਤੇ ਰਸ਼ੀਆ ਯੂਕਰੇਨ ਯੁੱਧ ਦੇ ਕਾਰਨ ਦੁਨੀਆ ਭਰ ਦੀਆਂ ਜਿਹੜੀਆਂ ਅਰਥ ਵਿਵਸਥਾਵਾਂ ਨੇ, ਇਕਨੋਮੀਜ਼ ਨੇ, ਇਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਝੱਲਣਾ ਪਿਆ। ਇੱਥੋਂ ਤੱਕ ਕਿ ਜਿਹਨੂੰ ਚਰਚਲ ਬਾਰੇ ਬਹੁਤ ਗੱਲਾਂ ਕਰਦੇ ਇਹ ਚਰਚਲ ਨੇ ਵਰਲਡ ਵਾਰ 2 ਦੇ ਵਿੱਚ ਸਾਡੇ ਬੰਗਾਲ ਦੇ ਵਿੱਚ ਕਾਫੀ ਭੁੱਖਮਰੀ ਪੈਦਾ ਹੋਈ। ਇਹ ਨਹੀਂ ਕਿ ਉੱਥੇ ਅਨਾਜ ਘੱਟ ਸੀ, ਅਨਾਜ ਉਹਨਾਂ ਦਾ ਚੱਕ ਕੇ ਇੰਗਲੈਂਡ ਨੂੰ ਲੈ ਗਏ। US ਸੁਪਰੀਮ ਕੋਰਟ ਵੱਲੋਂ 31 ਅਕਤੂਬਰ ਨੂੰ 2 ਕੇਸਾਂ ਵਿੱਚ ਇੱਕ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਆ, ਜੋ ਯੂਨੀਵਰਸਿਟੀ ਦੇ ਦਾਖਲਾਂ ਵਿੱਚ 40 ਸਾਲਾਂ ਤੋਂ ਚੱਲੇ ਆ ਰਹੇ ਨਸਲੀ ਵਿਤਕਰੇ ਨੂੰ ਖਤਮ ਵੀ ਕਰ ਸਕਦਾ। ਜਿੱਦਾਂ ਸਾਡੇ ਇੰਡੀਅਨ ਸੰਵਿਧਾਨ ਦੇ ਵਿੱਚ ਇੱਕ ਰਿਜ਼ਰਵੇਸ਼ਨ ਕਲੌਜ਼ ਹੈ ਨਾ, ਹਾਂਜੀ, ਕਿ ਜਿਹੜੇ ਸਕੈਜੂਲਡ ਕਾਸਟ ਆ ਉਹਨਾਂ ਲਈ ਐਜੂਕੇਸ਼ਨ ਦੇ ਵਿੱਚ ਵੀ ਰਿਜ਼ਰਵ ਕੀਤਾ ਜਾਂਦਾ। ਤੇ ਹੁਣ 31 ਅਕਤੂਬਰ ਨੂੰ ਦੇਖਾਂਗੇ ਕਿੱਧਰ ਨੂੰ ਕਹਿੰਦੇ ਨੇ ਊਠ ਕਿਸ ਕਰਵਟ ਬੈਠਦਾ, ਹਵਾ ਦਾ ਰੁਖ ਕਿੱਧਰ ਨੂੰ ਹੋਊਗਾ ਜੀ, ਪਤਾ ਲੱਗ ਜਾਣਾ 31 ਅਕਤੂਬਰ ਨੂੰ ਜਦੋਂ ਸੁਣਵਾਈ ਸ਼ੁਰੂ ਹੋਣੀ ਹੈ ਇਹਨਾਂ ਕੇਸਿਸ ਦੀ। ਇਹਨਾਂ ਦੋਨਾਂ ਕੇਸਿਸ ਵਿੱਚੋਂ ਐਕਚੁਅਲੀ ਇੱਕ ਦੀ। ਅਮਰੀਕਾ ਦੇ ਨਿਊਯਾਰਕ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ ਜੀ ਸਲਮਾਨ ਰਸ਼ਦੀ ਤੇ। 1988 ਚ ਇਹਨਾਂ ਦੀ ਕਿਤਾਬ ਆਈ ਸੀ ਸੈਟੈਨਿਕ ਵਰਸਸ ਜੀ। ਉਸ ਵੇਲੇ ਇਰਾਨ ਦੀ ਸਰਕਾਰ ਨੇ ਕਿਹਾ ਸੀ ਕਿ ਇਹਨਾਂ ਨੂੰ ਮਾਰਨ ਵਾਲਿਆਂ ਨੂੰ $1 ਮਿਲੀਅਨ ਦਿੱਤਾ ਜਾਵੇ। ਰੇਡੀਓ ਇੰਡੀਆ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 15 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRP 1110 AM ਦੇ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੋਵਿਡ-19 ਪੈਂਡੈਮਿਕ ਅਤੇ ਰਸ਼ੀਆ ਯੂਕਰੇਨ ਯੁੱਧ ਦੇ ਕਾਰਨ ਦੁਨੀਆ ਭਰ ਦੀਆਂ ਜਿਹੜੀਆਂ ਅਰਥ ਵਿਵਸਥਾਵਾਂ ਨੇ, ਇਕਨੋਮੀਜ਼ ਨੇ, ਇਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਝੱਲਣਾ ਪਿਆ। ਇਸ ਸਭ ਦੇ ਬਾਵਜੂਦ ਭਾਰਤ ਨੇ ਦੁਨੀਆ ਦੀਆਂ ਚੋਟੀ ਦੀਆਂ 10 ਅਰਥ ਵਿਵਸਥਾਵਾਂ ਵਿੱਚ ਆਪਣੀ ਪੋਜੀਸ਼ਨ ਨੂੰ ਜ਼ਿਆਦਾ ਸਟਰੋਂਗ ਕੀਤਾ। ਇੰਡੀਆ ਦੀ ਜਿਹੜੀ ਇਕਨੋਮੀ ਆ ਦੁਨੀਆ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰ ਰਹੀ ਆ ਤੇ ਮੋਰਗਨ ਸਟੈਨਲੇ ਦੇ ਐਕਸਪਰਟਸ ਦਾ ਕਹਿਣਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ 2023 ਤੱਕ ਭਾਰਤ ਦੀ GDP ਜਿਹੜੀ ਹੈਗੀ ਹੈ 7% ਤੱਕ ਉਹਦੇ 'ਚ ਵਾਧਾ ਰਹੂਗਾ। ਕੀ ਕਹਿਣਾ ਚਾਹੋਗੇ? ਦੇਖੋ, ਅੱਜ ਵੈਸੇ ਵੀ ਆਜ਼ਾਦੀ ਦਾ ਦਿਵਸ ਹੈ। ਹਾਂਜੀ। ਤੇ ਇਹ ਜਿਹੜਾ ਕਨਸੈਪਟ ਹੈ ਸਾਡੀ ਤਰੱਕੀ ਦਾ, ਇਹ ਵੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ। ਹਾਂਜੀ। ਕਿਉਂਕਿ ਆਜ਼ਾਦੀ ਨਾਲ ਸਾਡੇ ਪੰਜਾਬੀਆਂ ਲਈ ਖਾਸ ਤੌਰ ਤੇ 2 ਗੱਲਾਂ ਜੁੜੀਆਂ ਹੋਈਆਂ ਨੇ। ਇੱਕ ਤੇ 200 ਸਾਲ ਬਾਅਦ ਸਾਡੇ ਪੰਜਾਬ ਦੇ ਵਿੱਚ ਤਕਰੀਬਨ 100 ਸਾਲ ਬਾਅਦ ਅੰਗਰੇਜ਼ ਉੱਥੋਂ ਛੱਡ ਕੇ ਗਏ। ਜਿਹੜੇ GDP ਸਾਡੀ, ਅੰਗਰੇਜ਼ ਜਿਹੜਾ ਪੋਲੀਟੀਕਲ ਇਕਨੋਮਿਸਟ ਹੈ ਉਹਦੇ ਆਪਣੇ ਹਿਸਾਬ ਦੇ ਨਾਲ, ਪੌਲ ਬਰਾਨ ਨੇ ਲਿਖਿਆ ਹੈ, ਉਹ ਕਹਿੰਦਾ ਤਕਰੀਬਨ ਅੰਗਰੇਜ਼ ਹਰੇਕ ਸਾਲ 20% ਇੰਡੀਆ ਦੀ GDP ਇੰਗਲੈਂਡ ਲੈ ਕੇ ਆਉਂਦੇ ਹੁੰਦੇ ਸੀ। ਇੱਥੋਂ ਤੱਕ ਕਿ ਜਿਹਨੂੰ ਚਰਚਲ ਬਾਰੇ ਬਹੁਤ ਗੱਲਾਂ ਕਰਦੇ ਇਹ ਚਰਚਲ ਨੇ ਵਰਲਡ ਵਾਰ 2 ਦੇ ਵਿੱਚ ਸਾਡੇ ਬੰਗਾਲ ਦੇ ਵਿੱਚ ਕਾਫੀ ਭੁੱਖਮਰੀ ਪੈਦਾ ਹੋਈ। ਇਹ ਨਹੀਂ ਕਿ ਉੱਥੇ ਅਨਾਜ ਘੱਟ ਸੀ, ਅਨਾਜ ਉਹਨਾਂ ਦਾ ਚੱਕ ਕੇ ਇੰਗਲੈਂਡ ਨੂੰ ਲੈ ਗਏ ਕਿ ਸਾਨੂੰ ਜ਼ਿਆਦਾ ਚਾਹੀਦਾ, ਸਾਡੇ ਫੌਜੀਆਂ ਨੂੰ ਜ਼ਿਆਦਾ ਚਾਹੀਦਾ ਕਿਉਂਕਿ ਲੜਾਈ ਲੱਗੀ ਹੈ। ਸੋ ਇੱਕ ਤਾਂ ਇਹ ਵਧੀਆ ਗੱਲ ਹੋਈ ਆ ਵੀ ਉਹ ਅੰਗਰੇਜ਼ ਗਏ ਆ ਤਾਂ ਉਹਦੇ ਨਾਲ ਤਰੱਕੀ ਹੋਈ ਹੈ। ਹਾਂਜੀ। ਕਿਉਂਕਿ 1947 'ਚ ਅਸੀਂ ਅੰਕੜੇ ਇਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੀ, ਪਰ ਨਾਲ ਦੀ ਨਾਲ ਸਾਡੇ ਲਈ ਤਰਾਸਦੀ ਇਹ ਹੋਈ ਆ
ਕਿ ਬਟਵਾਰੇ ਦਾ ਕਾਰਨ ਲੱਖਾਂ ਲੋਕ, ਮਤਲਬ ਇੱਕ ਤਾਂ ਬੰਦੇ ਦੀ ਗੱਲ ਨਹੀਂ ਹੈ, ਲੱਖਾਂ ਪੰਜਾਬੀ ਲੋਕ, ਪੰਜਾਬ ਦੇ ਬੰਦੇ ਜਿਹੜੇ ਚੜ੍ਹਦੇ ਪੰਜਾਬ 'ਚ, ਲਹਿੰਦੇ ਪੰਜਾਬ 'ਚ ਇਹਦਾ ਸ਼ਿਕਾਰ ਹੋਏ ਜੀ। ਵੱਡੀ ਗੱਲ ਇਹ ਦੇਖੋ ਕਿ ਇੰਨੇ ਲੱਖਾਂ ਲੋਕਾਂ ਦੀ ਮੌਤ ਦੇ ਬਾਵਜੂਦ ਵੀ ਨਾ ਇਸਲਾਮਾਬਾਦ ਨੇ ਨਾ ਨਵੀਂ ਦਿੱਲੀ ਨੇ ਕਦੇ ਵੀ ਇੱਕ ਇਨਕੁਆਇਰੀ ਕਮਿਸ਼ਨ ਨਹੀਂ ਬਿਠਾਇਆ। ਇਹਨਾਂ ਨੂੰ 75 ਸਾਲ ਹੋ ਗਏ ਦੋਹਾਂ ਸਾਡਿਆਂ ਨੂੰ। ਹਾਂਜੀ। ਉਧਰੋਂ ਉਰਦੂ ਵਾਲਿਆਂ ਨੇ ਸਾਂਭ ਲਿਆ ਸਭ ਕੁਝ, ਇੱਧਰੋਂ ਪੰਡਿਤ ਨਹਿਰੂ ਹੁਣੀ ਬੋਲਣ ਲੱਗੇ ਸੀ ਕਿ ਅੱਜ ਬਹੁਤ ਵਧੀਆ ਦਿਨ ਹੈ। ਉਸ ਵੇਲੇ ਜਦੋਂ ਸਾਡੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਸੀ ਜੀ, ਬੰਦੇ ਇੱਕ ਦੂਸਰੇ ਨੂੰ ਮਾਰ ਰਹੇ ਸੀ, ਤੇ ਇਹਦਾ ਅੱਜ ਤਾਈਂ ਜ਼ਿਕਰ ਨਹੀਂ ਕੀਤਾ ਕਿ ਸਾਡੇ ਸਿੱਖਾਂ ਨੂੰ ਖਾਸ ਤੌਰ ਤੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਸ਼ਬਦ ਯੂਜ਼ ਕਰਦੇ ਹਾਂ ਘੱਲੂਘਾਰਾ। ਹਾਂਜੀ। ਪੋਲੀਟੀਕਲੀ ਮੋਟੀਵੇਟਡ ਹੁੰਦਾ ਕਿ ਕਿਹੜੀ ਚੀਜ਼ ਨੂੰ ਘੱਲੂਘਾਰਾ ਕਹਿੰਦੇ। ਹਾਂਜੀ। ਤੇ 1947 ਦੇ ਵਿੱਚ ਜੇ ਨੰਬਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਅੱਜ ਤੋਂ 2,50,000 ਸਿੱਖਾਂ ਦਾ ਕਤਲ ਹੋਇਆ। ਕੀ ਉਹ ਘੱਲੂਘਾਰਾ ਨਹੀਂ ਸੀ ਜੀ? ਅੱਜ ਤਾਈਂ ਕੋਈ ਸਿੱਖ ਲੀਡਰ ਕਹਿੰਦਾ ਦੇਖਿਆ ਕਿ ਘੱਲੂਘਾਰਾ ਹੋਇਆ? ਜੀ ਬਿਲਕੁਲ ਨਹੀਂ ਡਾਕਟਰ ਸਾਹਿਬ। ਕਿਸੇ ਨੇ ਇਹਨਾਂ ਦੇ ਵਿੱਚੋਂ ਡਿਮਾਂਡ ਕੀਤੀ। ਪਹਿਲੀ ਵਾਰ ਕਮ ਸੇ ਕਮ ਅਕਾਲ ਤਖਤ ਦੇ ਜਥੇਦਾਰ ਦੀ ਮੈਂ ਇੰਨੀ ਸਲਾਹ ਉਹਨਾਂ ਨੂੰ ਪ੍ਰੇਜ਼ ਕਰਨਾ ਚਾਹੀਦਾ, ਪ੍ਰਸ਼ੰਸਾ ਕਰਨੀ ਬਣਦੀ ਵੀ ਆ ਕਿ ਉਹਨਾਂ ਨੇ ਅਰਦਾਸ ਕੀਤੀ ਪਹਿਲੀ ਵਾਰੀ 75 ਸਾਲਾਂ ਦੇ ਵਿੱਚ ਕਿ ਜਿਹੜੇ ਲੋਕ ਉਸ ਵੇਲੇ ਸਾਡੀ ਹਿੰਸਾ ਦਾ ਸ਼ਿਕਾਰ ਹੋਏ ਆ, ਭਰਾਵਾਂ ਨੇ ਭਰਾ ਮਾਰੇ ਆ ਸਾਡੇ, ਉਹੀ ਗੱਲ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਸੀ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਜੀ। ਉਹ ਦਰਦ ਜਿਹੜਾ ਆ ਉਹ ਆਸ਼ਿਕ ਲਾਹੌਰ ਇੱਕ ਲਹਿੰਦੇ ਪੰਜਾਬ ਦਾ ਕਵੀ ਹੋਇਆ, ਉਹਨੇ ਦਿੱਲੀ ਦੇ ਵਿੱਚ ਆ ਕੇ ਬੋਲਿਆ ਸੀ 1948 ਦੇ ਵਿੱਚ। ਉਹ ਕਹਿੰਦੇ ਬਟਵਾਰੇ ਬਾਰੇ ਗੱਲ ਕੀਤੀ ਉਹਨੇ, ਜਦੋਂ ਸ਼ੁਰੂ ਹੀ ਗੱਲ ਕੀਤੀ ਬਟਵਾਰੇ ਬਾਰੇ, ਉਹ ਕਹਿੰਦਾ ਬਟਵਾਰੇ ਤੋਂ ਰੋਏ ਅਸੀਂ ਵੀ ਹਾਂ, ਰੋਏ ਤੁਸੀਂ ਵੀ ਹੋ। ਜੀ। ਇਹ ਗੱਲਾਂ ਜੁਦੀ ਅਸੀਂ ਕਰਦੇ ਹਾਂ ਕਿ ਸਾਡੀ ਆਜ਼ਾਦੀ ਆ ਗਈ, ਆ ਗਿਆ, ਪਰ ਜੋ ਕੁਝ ਹੋਇਆ ਸਾਡੇ ਉੱਥੇ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਉਹਨਾਂ ਰੋਏ ਅਸੀਂ ਵੀ ਹਾਂ, ਰੋਏ ਤੁਸੀਂ ਵੀ ਹਾਂ। ਜੀ। ਦਰਦ ਤਾਂ ਦੋਨੇ ਪਾਸੇ ਹੰਢਾਇਆ, ਪਰ ਉਹਦੇ ਬਾਰੇ ਕੋਈ ਇਨਕੁਆਇਰੀ ਨਹੀਂ ਅੱਜ ਤਾਈਂ, ਕੋਈ ਕੁਝ ਨਹੀਂ ਹੋਇਆ, ਕੋਈ ਗੱਲ ਹੀ ਨਹੀਂ ਕਰਦਾ। ਪਰ ਕਮ ਸੇ ਕਮ ਇੰਨਾ ਹੋਇਆ ਕਿ ਜਦੋਂ 50ਵੀਂ ਵਰ੍ਹੇਗੰਢ ਸੀ 1997 ਤੋਂ ਬਾਅਦ ਖਾਸ ਤੌਰ ਤੇ ਦੋਹਾਂ ਹੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਤਅਲੁਕਾਤ ਪੈਦਾ ਹੋਣੇ ਸ਼ੁਰੂ ਹੋਏ। ਕੁਝ ਪਰਿਵਾਰ ਜਿਹੜੇ ਉੱਥੇ ਰਹਿ ਗਏ ਸੀ ਉਹ ਮਿਲੇ ਇੱਕ ਦੂਸਰੇ ਨੂੰ। ਹੁਣ ਤੁਸੀਂ ਦੇਖਦੇ ਆ ਕਿ ਵੀਡੀਓ ਤੇ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਚ ਆਉਂਦੇ ਆ, ਚੜ੍ਹਦੇ ਪੰਜਾਬ ਦੇ ਬੰਦੇ ਲਹਿੰਦੇ ਪੰਜਾਬ ਦੇ ਵਿੱਚ ਜਾਂਦੇ ਆ। ਹਾਂਜੀ। ਜਿਹੜੇ ਇੱਕ ਦੂਜੇ ਨੂੰ ਮਿਲਦੇ ਆ, ਦੇਖਦੇ ਆ, ਗੱਲਾਂ ਬਾਤਾਂ ਕਰਦੇ ਆ। ਹਾਂਜੀ। ਸਾਨੂੰ ਯਾਦ ਆ ਕਿ ਅਸੀਂ ਇੱਕ ਵਾਰ ਇੱਥੇ ਪਿੰਡ ਦਾ ਫੰਕਸ਼ਨ ਕੀਤਾ ਤੇ ਜਿਹੜੇ ਬੰਦੇ ਸਾਡੇ ਪਿੰਡ ਤੋਂ ਉੱਠ ਕੇ ਗਏ ਸੀ ਨਾ, ਉਹਨਾਂ ਦੇ ਵਿੱਚੋਂ 2 ਪਰਿਵਾਰ ਇੱਥੇ ਰਹਿੰਦੇ ਆ, ਇੱਕ ਸਰੀ ਰਹਿੰਦਾ, ਇੱਕ ਵੈਨਕੂਵਰ ਰਹਿੰਦਾ। ਉਹਨਾਂ ਨੂੰ ਅਸੀਂ ਫੰਕਸ਼ਨ ਤੇ ਸੱਦਿਆ, ਇੰਨੇ ਜ਼ੋਰ ਸ਼ੋਰ ਨਾਲ ਉਹਨਾਂ ਦਾ ਸਵਾਗਤ ਕੀਤਾ। ਤਾਂ ਇਮੋਸ਼ਨਲ ਗੱਲ ਸੀ ਕਿ 1947 ਦੇ ਵਿੱਚ ਇਹ ਲੋਕ ਗਏ ਆ। ਹਾਂਜੀ। ਉਹਨਾਂ ਨੂੰ ਪੁੱਛਿਆ ਅਸੀਂ ਕਿ ਤੁਸੀਂ ਪਿੰਡ ਛੱਡ ਕੇ ਗਏ, ਤੁਹਾਨੂੰ ਮਜਬੂਰੀ ਕਰਨੀ ਪਈ? ਉਹ ਕਹਿੰਦੇ ਨਹੀਂ, ਪਿੰਡ ਦੇ ਬੰਦਿਆਂ ਨੇ ਤਾਂ ਸਾਨੂੰ, ਸਾਡਾ ਪਿੰਡ ਉਹਨਾਂ ਪਿੰਡਾਂ ਚੋਂ ਆ ਜਿੱਥੇ ਕਿਸੇ ਵੀ ਜ਼ਾਤ ਦਾ, ਕਿਸੇ ਧਰਮ ਦਾ ਬੰਦਾ ਮਾਰਿਆ ਨਹੀਂ ਗਿਆ। ਉਹਨਾਂ ਬੰਦਿਆਂ ਨੂੰ ਜੇ ਛੱਡ ਕੇ ਆਏ, ਨਕੋਦਰ ਦੇ ਵਿੱਚ ਕੈਂਪ ਹੁੰਦਾ ਸੀ ਸਾਡੇ, ਤਾਂ ਸਾਡੇ ਬੰਦੇ ਆਪ ਜਾ ਕੇ ਛੱਡ ਕੇ ਆਏ ਉੱਥੇ। ਤਾਂ ਉਹਨਾਂ ਨੂੰ ਕਿਹਾ ਸੀ ਪਿੰਡ ਦਿਆਂ ਨੇ ਵੀ ਇਹਨਾਂ ਨੂੰ ਹੱਥ ਨਾ ਲਾਵੇ, ਤਲਵਾਰਾਂ ਲੈ ਕੇ ਨਾਲ ਜਾਓ। ਉਹ ਕਹਿੰਦੇ ਕਿ ਸਾਨੂੰ ਪਹਿਲੀ ਪ੍ਰਪੋਜ਼ਲ ਤਾਂ ਪਿੰਡ ਦਿਆਂ ਨੇ ਇਹੀ ਦਿੱਤੀ ਸੀ ਕਿ ਤੁਸੀਂ ਇੱਥੇ ਹੀ ਰਹੋ, ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ। ਪਰ ਉਹ ਕਹਿੰਦੇ ਕਿ ਸਾਡੀ ਜਿਹੜਾ ਮੁਸਲਿਮ ਭਾਈਚਾਰਾ ਇਕੱਠਾ ਹੋਇਆ, ਉਹ ਕਹਿੰਦੇ ਵੀ ਨਹੀਂ, ਅਸੀਂ ਪਾਕਿਸਤਾਨ ਨੂੰ ਜਾਣਾ ਆ। ਉਦੋਂ ਸੋਚਦਾ ਹੀ ਖਰਿਆ ਮੁੜੇ ਆਉਣਾ। ਜੀ। ਕਹਿੰਦੇ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਅਸੀਂ ਚੱਲਦੇ ਕੈਂਪ ਦੇ ਵਿੱਚ ਜਾਣਾ ਸੀ, ਤੇ ਉਸ ਤੋਂ ਬਾਅਦ ਦੇਖ ਲਵਾਂਗੇ, ਮੁੜ ਆਵਾਂਗੇ। ਤੇ ਉਹ ਫਿਰ ਪਿੰਡ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ, ਜੇ ਜਾਣਾ ਤਾਂ ਅਸੀਂ ਨਾਲ ਜਾਵਾਂਗੇ ਤੁਹਾਡੇ, ਸੁਰੱਖਿਆ ਦੇ ਲਈ ਕੈਂਪ ਦੇ ਵਿੱਚ ਛੱਡ ਕੇ ਆਏ ਉਹਨਾਂ ਨੂੰ। ਤਾਂ ਉਹ 2 ਪਰਿਵਾਰ ਇੱਥੇ ਹੀ ਰਹਿੰਦੇ ਆ ਸਾਡੇ, ਇੱਕ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ।
ਤੇ ਇਸ ਤਰ੍ਹਾਂ ਮਤਲਬ ਸੈਂਕੜੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਲੋਕੀ ਗਏ ਹੋਣੇ ਆ। ਤੇ ਇੱਕ ਮੇਰਾ ਖਿਆਲ ਵਧੀਆ ਕਿਤਾਬ ਜਿਹੜੀ ਲਿਖੀ ਹੈ ਕਿਸੇ ਨੇ, ਤੇ ਖੁਸ਼ਵੰਤ ਸਿੰਘ ਦੀ ਆ, ਟ੍ਰੇਨ ਟੂ ਪਾਕਿਸਤਾਨ। ਹਾਂਜੀ, ਉਹਨਾਂ ਨੇ ਜ਼ਿਕਰ ਕੀਤਾ ਕਿ ਕਿੱਦਾਂ ਕਿਸ ਤਰੀਕੇ ਨਾਲ ਜਿਹੜੇ ਲੋਕੀ ਸਦੀਆਂ ਤੋਂ ਇਕੱਠੇ ਰਹਿ ਰਹੇ ਸੀ, ਇਹਨਾਂ ਦੇ ਵਿੱਚ ਨਫ਼ਰਤ ਕਿੱਦਾਂ ਬੀਜੀ ਗਈ, ਕਿਵੇਂ ਉਹਨਾਂ ਨੂੰ ਦੋ ਫਾੜ ਕਰ ਦਿੱਤਾ ਗਿਆ। ਇਹਦੇ ਵਿੱਚ ਤੁਸੀਂ ਕਹ ਲਓ ਕਿ ਸਾਡੇ ਵੀ ਹਾਕਮ ਜਿਹੜੇ ਨੜੇ ਹੋਏ ਸੀ, ਤੇ ਦੂਸਰੇ ਪਾਸੇ ਜਿਹੜੀ ਰੈੱਡ ਕਲਿਫ ਰੇਖਾ ਇਹਨਾਂ ਨੇ ਵਾਹੀ, ਇੰਗਲੈਂਡ ਵਾਲਿਆਂ ਨੇ ਆ ਕੇ ਉੱਥੇ ਦੋਹਾਂ ਨੂੰ ਜੁਦੇ ਕੀਤਾ। ਉਹਦੇ ਤੇ ਇੰਨਾ ਕਨਫਿਊਜ਼ਨ ਸੀ 1947 ਦੇ ਵਿੱਚ, ਜਦੋਂ 14-15 ਅਗਸਤ ਨੂੰ ਟ੍ਰਾਂਸਫਰ ਆਫ ਪਾਵਰ ਵੀ ਹੋਈ ਆ, ਤੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਹੜਾ ਇਲਾਕਾ ਕਿਹੜੇ ਪਾਸੇ ਆ। ਹੁਣ ਫਾਰ ਐਗਜ਼ਾਮਪਲ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਆਪਣੇ ਪਾਕਿਸਤਾਨੀ ਰਜੀਮ ਨੇ ਇੱਕ DC ਭੇਜ ਦਿੱਤਾ ਵੀ ਗੁਰਦਾਸਪੁਰ ਸਾਨੂੰ ਆਉਣਾ। ਉਹ ਜਦੋਂ ਆਇਆ ਤਾਂ ਉਹਨੂੰ ਫੇਰ ਪਤਾ ਲੱਗਾ ਰੈੱਡ ਕਲਿਫ ਜਿਹੜੀ ਲਾਈਨ ਸੀ ਨਾ, ਉਹਦੀ ਮੈਪ ਦੀ ਉਹਨਾਂ ਨੇ ਮੈਪ ਭੇਜ ਦਿੱਤਾ। ਤਾਂ ਉਸ ਮੈਪ ਦੇ ਵਿੱਚ ਉਹ ਗੁਰਦਾਸਪੁਰ ਦੇ 3 ਜਿਹੜੀਆਂ ਤਹਿਸੀਲਾਂ ਸੀ ਉਹ ਪੰਜਾਬ, ਚੜ੍ਹਦੇ ਪੰਜਾਬ ਦੇ ਵਿੱਚ ਸੀ। ਇੱਕ ਤਹਿਸੀਲ ਜਿਹੜੀ ਸੀ ਲਹਿੰਦੇ ਪੰਜਾਬ ਦੇ ਵਿੱਚ ਸੀ, ਉਹ ਫੇਰ ਮੁੜ ਕੇ ਗਿਆ। ਇੰਨਾ ਕਨਫਿਊਜ਼ਨ ਮਤਲਬ ਸਟੇਟਸ ਨੂੰ ਵੀ ਸੀ ਜੀ, ਸਰਕਾਰਾਂ ਨੂੰ ਵੀ ਸੀ। ਸਰਕਾਰਾਂ ਨੂੰ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਕਿ ਟ੍ਰਾਂਸਫਰ ਆਫ ਪਾਵਰ ਹੋਣ ਲੱਗੀ ਆ, ਬਟਵਾਰਾ ਹੋਣ ਲੱਗਾ ਆ, ਲੋਕਾਂ ਦੀਆਂ ਜਾਨਾਂ ਨੂੰ ਖਤਰਾ ਆ, ਉੱਥੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ, ਕਿਸੇ ਤਰੀਕੇ ਦੇ ਨਾਲ ਮੇਕ ਸ਼ੋਰ ਕੀਤਾ ਜਾਵੇ ਕਿ ਟ੍ਰਾਂਸਫਰ ਪੀਸਫੁਲ ਹੋਣੀ ਚਾਹੀਦੀ ਆ, ਸਿਕਿਉਰਿਟੀ ਹੋਣੀ ਚਾਹੀਦੀ ਉੱਥੇ। ਉਹਦਾ ਕੁਝ ਨਹੀਂ ਹੋਇਆ ਜੀ। ਪਰ ਨਾਲ ਦੀ ਨਾਲ ਜੇ ਤੁਸੀਂ ਦੇਖਦੇ ਹਾਂ ਅਸੀਂ ਕਿ ਜਦੋਂ ਜਿਸ ਵੇਲੇ ਪਹਿਲੀ ਵਾਰ ਯੂਰਪੀਅਨ ਆਏ ਨਾ, ਉਹਨਾਂ ਨੂੰ ਅਕਬਰ ਬਾਦਸ਼ਾਹ ਨੇ ਤਾਂ ਉਹਨਾਂ ਨੂੰ ਵੜਨ ਨਹੀਂ ਦਿੱਤਾ ਆਪਣੇ ਦਰਬਾਰ ਦੇ ਵਿੱਚ। ਉਹ ਤਾਂ ਸਮਝਦੇ ਵੀ ਨੰਗ ਪੁਖ ਤੁਰੇ ਕਰਦੇ ਆ। ਜਹਾਂਗੀਰ ਨੇ ਪਹਿਲੀ ਵਾਰ ਇਹਨਾਂ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਟ੍ਰੇਡ ਕਰ ਸਕਦੇ ਹੋ। ਪਹਿਲਾਂ ਟ੍ਰੇਡ ਇਹ ਕਰਦੇ ਸੀ ਯੂਰਪੀਅਨ ਆ ਕੇ ਸਪਾਈਸਿਸ ਦਾ, ਮਸਾਲੇ ਜੀ, ਕਿਉਂਕਿ ਮਸਾਲੇ ਯੂਰਪ ਦੇ ਵਿੱਚ ਨਹੀਂ ਸੀ ਨਾ ਜਿੰਨੇ ਸਾਡੇ ਕੋਲ ਸੀ। ਹਾਂਜੀ, ਮਸਾਲੇ ਇੱਕ ਚੀਜ਼ ਹੈ ਕਿ ਜੇ ਤੁਸੀਂ ਮੀਟ ਵਗੈਰਾ ਸਰਦੀਆਂ ਨੂੰ ਤਾਂ ਰੱਖ ਲੈਂਦੇ ਆ ਸਾਂਭ ਕੇ, ਬੇਸਮੈਂਟ ਦੇ ਵਿੱਚ ਰੱਖ ਲਓ ਤਾਂ ਬਚ ਜਾਂਦਾ। ਗਰਮੀਆਂ ਨੂੰ ਮੀਟ ਤਾਂ ਬਚਦਾ ਜੇ ਉਹਨਾਂ ਤੇ ਮਸਾਲੇ ਲਾਏ ਜਾਣ। ਹਾਂਜੀ, ਤੇ ਉਹ ਮਸਾਲਿਆਂ ਨੇ ਸਾਨੂੰ ਗੁਲਾਮ ਬਣਾਤਾ ਜੀ। ਬਿਲਕੁਲ। ਤੇ ਉਹ ਜਹਾਂਗੀਰ ਤੋਂ, ਉਸ ਵੇਲੇ ਜਹਾਂਗੀਰ ਦੇ ਸਮੇਂ ਹਿੰਦੁਸਤਾਨ ਦੁਨੀਆ ਭਰ ਦੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਅਸੀਂ ਮੰਨਦੇ ਹਾਂ ਨਾ, ਉਹਦਾ 30% ਹੁੰਦਾ ਸੀ। 30% ਹੀ ਚਾਈਨਾ ਦਾ ਸੀ। ਤਕਰੀਬਨ ਦੁਨੀਆ ਦੀ ਇਕਨੋਮੀ ਇਹ ਚਾਈਨਾ ਤੇ ਇੰਡੀਆ ਵਾਲੇ ਲੈ ਕੇ ਬੈਠੇ ਹੁੰਦੇ ਸੀ। ਹਾਂਜੀ, ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਕਿੰਨਾ ਲੁੱਟਿਆ ਹੋਣਾ ਸਾਨੂੰ। ਜਿਸ ਦਿਨ ਅੰਗਰੇਜ਼ ਉੱਥੋਂ ਛੱਡ ਕੇ ਗਏ ਆ 1947 ਦੇ ਵਿੱਚ, ਉਹ 30% ਜਿਹੜੀ ਸਾਡੀ GDP ਸੀ ਦੁਨੀਆ ਦੀ, 3% ਰਹਿ ਗਈ ਜੀ। ਉਸ ਵੇਲੇ ਹਿੰਦੁਸਤਾਨ 3% ਸੀ GDP ਦਾ। ਹੁਣ 1947 ਤੋਂ ਅੱਜ ਤਾਈਂ ਤਰੱਕੀ ਤਾਂ ਕੀਤੀ ਹੈ। ਹਾਂਜੀ, ਪਰ 1.4 ਬਿਲੀਅਨ ਲੋਕੀ ਵੀ ਆ ਉੱਥੇ ਰਹਿੰਦੇ ਜੀ। ਕਰ ਰਿਹਾ ਤਰੱਕੀ ਇੱਥੇ ਨਾਲੋਂ ਜ਼ਿਆਦਾ ਕਰ ਰਿਹਾ ਵੈਸੇ। ਹਾਂਜੀ, ਸਪੇਸ ਪ੍ਰੋਗਰਾਮ ਕੈਨੇਡਾ ਦੇ ਕੋਲ ਕੋਈ ਨਹੀਂ ਹੈ, ਇੰਡੀਆ ਦੇ ਕੋਲ ਆਪਣਾ ਸਪੇਸ ਪ੍ਰੋਗਰਾਮ ਹੈ। ਹਾਂਜੀ, ਨਿਊਕਲੀਅਰ ਪਾਵਰ ਹੈ ਜੀ। ਫਿਰ ਦੇਖੋ ਕੋਈ ਵੀ ਫੀਲਡ ਦੇ ਵਿੱਚ ਸਾਇੰਟਿਸਟ ਦੇਖਣੇ ਆ ਨਾ ਦੁਨੀਆ ਭਰ ਦੇ ਵਿੱਚ, ਅੱਜ ਕੱਲ੍ਹ ਸਾਇੰਟੀਫਿਕ ਪੂਲ ਉਹਨੂੰ ਕਹਿੰਦੇ ਆ, ਇੰਜੀਨੀਅਰਸ, ਡਾਕਟਰਸ, ਪ੍ਰੋਫੈਸਰਸ, ਜਿਹੜੇ ਪੜ੍ਹੇ ਲਿਖੇ ਲੋਕ ਆ, ਜਿਹੜੇ ਕੋਈ ਰਿਸਰਚ ਕਰਦੇ ਆ, ਉਹਨਾਂ ਦੇ ਵਿੱਚੋਂ ਪਹਿਲਾ ਨੰਬਰ ਹਿੰਦੁਸਤਾਨ ਦਾ ਆਉਂਦਾ ਜੀ। ਬਿਲਕੁਲ। ਤੇ ਅੱਜ ਜਿਹੜੀ GDP ਦੀ ਗੱਲ ਕਰਦੇ ਆ ਮੋਰਗਨ ਸਟੈਨਲੀ ਵਾਲੇ, ਹੁਣ ਹਿੰਦੁਸਤਾਨ ਦਾ PPP ਇੰਡੈਕਸ ਦੇ ਹਿਸਾਬ ਦੇ ਨਾਲ 13% ਜਿਹੜੀ ਦੁਨੀਆ ਦੀ GDP ਆ ਉਹ ਹਿੰਦੁਸਤਾਨ ਦੀ ਹੈ। ਹਾਂਜੀ, 3% ਤੋਂ ਉੱਠ ਕੇ 13 ਤੇ ਚੱਲ ਗਏ ਜੀ। ਕਿਸੇ ਦਿਨ ਮੁੜ ਕੇ ਫੇਰ ਸ਼ਾਇਦ 30% ਤੇ ਆ ਜਾਊਗਾ। ਹਾਂਜੀ, ਕਿਉਂਕਿ ਇਹਦੇ ਵਿੱਚ ਵੱਡਾ ਰੋਲ ਦੇਖਿਆ ਜਾਵੇ ਤੇ ਇਹ ਪਤਾ ਨਹੀਂ ਕੀ ਗੱਲ ਹੋਈ ਕਿ ਸਾਡੇ 200 ਸਾਲਾਂ ਗੁਲਾਮੀ ਨੇ ਗੁਲਾਮ ਮੈਂਟੈਲਿਟੀ ਪੈਦਾ ਕਰ ਦਿੱਤੀ। ਜਿਸ ਦਿਨ 1947 ਚ ਸਾਨੂੰ ਲੜਾ ਕੇ 2 ਦੇਸ਼ਾਂ ਦਾ ਬਟਵਾਰਾ ਕਰਕੇ ਵਾਪਸ ਆਏ ਆ, ਉਸ ਵੇਲੇ ਅਸੀਂ 33 ਕਰੋੜ ਸੀ। ਹਾਂਜੀ, 33 ਕਰੋੜ ਤੇ ਹਾਕਮ ਕਿੰਨੇ ਸੀ? 69,000 ਜੀ। 69,000 ਅੰਗਰੇਜ਼ ਉਸ ਵੇਲੇ ਉੱਥੇ ਸੀ। 69,000 ਜਿਹੜੇ ਬੰਦਿਆਂ ਨੂੰ ਇੱਥੇ ਸ਼ੱਕ ਆ ਨਾ
ਕਿ ਇਮੀਗ੍ਰੈਂਟਸ ਆ ਜਾਂਦੇ ਆ ਤਾਂ ਇੱਥੇ ਸਾਡਾ ਰੂਲ ਹੋ ਜਾਣਾ। ਤੁਹਾਡਾ ਰੂਲ ਨਹੀਂ ਹੋਣਾ, ਇਹਦੇ ਬਾਰੇ ਵੀ ਗੱਲ ਕਰਾਂਗੇ ਜੀ। ਤੁਹਾਡੇ ਬੰਦੇ ਲਿਜਾਂਦੇ ਆ ਚੁੱਪ ਕਰਕੇ ਬਿਠਾਉਣ ਲਈ, ਆਵੇ ਹੱਥ ਖੜਾ ਕਰਾਉਣ ਲਈ। ਹਾਂਜੀ, ਉਹ ਉਦੋਂ ਵੀ ਉੱਥੇ ਹੁੰਦੇ ਸੀ। ਸਾਡੇ ਜਦੋਂ 1935 ਦੇ ਵਿੱਚ ਕਨਸਟੀਟਿਊਸ਼ਨ ਲੈ ਕੇ ਆਏ, ਉਹ BNA ਦੀ ਵੈਸੇ ਕਾਪੀ ਸੀ ਜੀ। ਜਿਹੜਾ ਕੈਨੇਡਾ ਦਾ ਤਾਂ ਸੰਵਿਧਾਨ ਹੈ, ਇਹਦੀ ਕਾਪੀ ਇੱਕ 1935 ਦੇ ਵਿੱਚ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ ਤੇ ਉੱਥੇ ਬਾਅਦ ਦੇ ਵਿੱਚ ਕਰਦੇ ਆ ਸੰਵਿਧਾਨ ਬਣਾਇਆ। ਇੱਥੋਂ ਥੋੜਾ ਜਿਹਾ ਚੋਰੀ ਕੀਤਾ, ਉੱਥੋਂ ਚੋਰੀ ਕੀਤਾ, ਉਹਨੂੰ ਵੱਡਾ ਕਰਤਾ। ਪਰ ਅਸਲੀ ਮੁੱਦਾ ਜਿਹੜਾ ਸੀ ਇੱਕ ਫੈਡਰਲ ਸਰਕਾਰ ਬਣਾਉਣ ਦਾ, ਉਹ ਹੈਗਾ ਸੀ ਕੈਨੇਡੀਅਨ ਬੇਸਡ ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਸੀ। ਉਹ ਹੂ ਬਹੂ ਕਾਪੀ ਆ ਉਹਦੀ। ਜਿਹੜੀਆਂ ਪਾਵਰ ਸਟੇਟਸ ਨੂੰ ਦਿੱਤੀਆਂ ਉਹ ਇੱਥੇ ਵੀ ਆ ਪ੍ਰੋਵਿੰਸਸ ਦੇ ਵਿੱਚ ਵੀ, ਤੇ ਜਿਹੜੀਆਂ ਪਾਵਰਸ ਸੈਂਟਰ ਨੂੰ ਦਿੱਤੀਆਂ ਉਹ ਇੱਥੇ ਦੀ ਫੈਡਰਲ ਸਰਕਾਰ ਦੇ ਕੋਲ ਆ। ਸੋ ਇਸ ਕਰਕੇ ਜੋ ਕੰਟਰੀਬਿਊਸ਼ਨ ਇੱਥੋਂ ਪਹਿਲੀ ਵਾਰ ਇਹਨਾਂ ਨੇ 1935 ਦੇ ਵਿੱਚ ਕੀਤੀ ਆ, ਤਾਂ ਉਹੋ ਹੀ 1951 ਦੇ ਵਿੱਚ ਲਾਗੂ ਕੀਤਾ, ਥੋੜਾ ਜਿਹਾ ਐਕਸਪੈਂਡ ਕਰਕੇ। ਹਾਂਜੀ ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। US ਸੁਪਰੀਮ ਕੋਰਟ ਵੱਲੋਂ 31 ਅਕਤੂਬਰ ਨੂੰ 2 ਕੇਸਾਂ ਵਿੱਚ ਇੱਕ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਆ, ਜੋ ਯੂਨੀਵਰਸਿਟੀ ਦੇ ਦਾਖਲਾਂ ਵਿੱਚ 40 ਸਾਲਾਂ ਤੋਂ ਚੱਲੇ ਆ ਰਹੇ ਨਸਲੀ ਵਿਤਕਰੇ ਨੂੰ ਖਤਮ ਵੀ ਕਰ ਸਕਦਾ। ਤੇ ਇਹ ਜਿਹੜਾ ਫੈਸਲਾ ਹੈਗਾ ਅਦਾਲਤ ਨੇ ਸੁਣਾਉਣਾ, ਤੇ ਪਰ ਜਿਹੜੀ ਯੂਨੀਵਰਸਿਟੀਜ਼ ਨੇ ਹੁਣ ਉਹ ਅਦਾਲਤ ਨੂੰ ਕੁਝ ਮਾਹਰਾਂ ਦੀ ਰਾਏ ਦੇ ਬਾਵਜੂਦ ਫੈਸਲੇ ਨੂੰ ਬਰਕਰਾਰ ਰੱਖਣ ਦੀ ਅਪੀਲ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਇਹਨਾਂ ਕੇਸਿਸ ਬਾਰੇ ਦੱਸ ਦਿਓ ਕਿ ਇਹ ਕੇਸ ਹੈਗੇ ਕਿ ਅਸਲ ਦੇ ਵਿੱਚ ਮੁੱਦਾ ਹੈ ਕੀ ਆ। ਇਹ ਸਭ ਤੋਂ ਪਹਿਲਾਂ ਹਾਰਵਰਡ ਯੂਨੀਵਰਸਿਟੀ, ਜਿਹੜੀ ਕਿ ਦੁਨੀਆ ਭਰ ਦੀ ਨੰਬਰ 1 ਯੂਨੀਵਰਸਿਟੀ ਕਹਿੰਦੇ, ਉਹਨਾਂ ਤੇ ਸ਼ੁਰੂ ਹੋਇਆ ਸੀ ਕਿ ਜਦੋਂ ਐਡਮਿਸ਼ਨ ਮਿਲਦਾ ਨਾ ਇੰਡੀਅਨ ਤੇ ਚਾਈਨੀਜ਼ ਸਟੂਡੈਂਟਸ ਖਾਸ ਤੌਰ ਤੇ, ਉਹਨਾਂ ਦੀ ਯੋਗਤਾ ਦੇ ਬਾਵਜੂਦ ਵੀ ਉਹਨਾਂ ਨੂੰ ਰੱਖ ਨਹੀਂ ਰਹੇ ਸੀ। ਮਤਲਬ ਕੁਛ ਕੁ ਪਰਸੈਂਟੇਜ ਹੀ ਰੱਖੀ ਉਹਨਾਂ ਨੇ। ਤੇ ਉਹਦੇ ਵਿੱਚ ਜੇ ਉਹਨਾਂ ਨੇ ਫਿਰ ਇੱਕ ਮੈਮੋ ਲੀਕ ਹੋ ਗਿਆ ਉਹਨਾਂ ਦਾ, ਉਹਨੇ ਕਿਹਾ ਸੀ ਕਿ ਜੇ ਅਸੀਂ ਯੋਗਤਾ ਦੇ ਸਿਰ ਤੇ ਦੇ ਦਈਏ ਅਸੀਂ ਐਡਮਿਸ਼ਨ ਆਪਣੇ ਹਾਰਵਰਡ ਦੇ ਵਿੱਚ, ਤਾਂ ਇੱਥੇ ਸਾਡੇ ਇੰਡੀਅਨ ਤੇ ਚਾਈਨੀਜ਼ ਹੀ ਹੋਣੇ, ਤੇ ਕਾਲਿਆਂ ਦੇ ਵਿੱਚੋਂ ਕੋਈ ਨਹੀਂ ਆਉਣਾ, ਹਿਸਪੈਨਿਕ ਕੋਈ ਨਹੀਂ ਹੋਣਾ, ਤੇ ਗੋਰੇ ਵੀ ਬਹੁਤ ਘੱਟ ਜਾਣੇ। ਉਹ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਅਫਰਮੇਟਿਵ ਐਕਸ਼ਨ ਪ੍ਰੋਗਰਾਮ ਹੈ ਇਹਨਾਂ ਨੇ ਇੰਟਰੋਡਿਊਸ ਕੀਤਾ ਹੈ, ਉਹਦੇ ਵਿੱਚ ਜਿੱਦਾਂ ਸਾਡੇ ਇੰਡੀਅਨ ਸੰਵਿਧਾਨ ਦੇ ਵਿੱਚ ਇੱਕ ਰਿਜ਼ਰਵੇਸ਼ਨ ਕਲੌਜ਼ ਹੈ ਨਾ, ਹਾਂਜੀ, ਕਿ ਜਿਹੜੇ ਸਕੈਜੂਅਲਡ ਕਾਸਟ ਆ ਉਹਨਾਂ ਲਈ ਐਜੂਕੇਸ਼ਨ ਦੇ ਵਿੱਚ ਵੀ ਰਿਜ਼ਰਵ ਕੀਤਾ ਜਾਂਦਾ ਹੈ ਕਿ ਜੇ ਕਿਸੇ ਨੇ ਮੈਡੀਕਲ 'ਚ ਜਾਣਾ ਹੈ, ਇੰਜੀਨੀਅਰਿੰਗ ਦੇ ਵਿੱਚ ਜਾਣਾ, ਉਹਨਾਂ ਲਈ ਪਰਸੈਂਟੇਜ ਰੱਖੀ ਜਾਂਦੀ ਹੈ। ਹਾਂਜੀ, 16% ਉੱਥੇ ਦੀਆਂ ਸੀਟਾਂ ਉਹਨਾਂ ਦੀ ਰਾਖਵੀਆਂ ਹੈ। ਤੇ ਦੂਸਰੀ ਗੱਲ ਹੈ ਕਿ ਜਦੋਂ ਉਹਨਾਂ ਨੇ ਸਰਕਾਰ ਦੀ ਨੌਕਰੀ ਲੈਣੀ ਹੁੰਦੀ ਹੈ, ਉਹਨਾਂ ਨੂੰ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਂਦੀ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਂਦਾ। ਫਿਰ ਉਹ ਪਹਿਲ ਉੱਥੋਂ ਹੀ ਨਹੀਂ ਖਤਮ ਹੁੰਦੀ, ਫਿਰ ਜਦੋਂ ਕੰਮ ਕਰਦੇ ਉਹਨਾਂ ਨੂੰ ਤਰੱਕੀ ਵੀ ਫਾਸਟ ਕੀਤੀ ਜਾਂਦੀ। ਹਾਂਜੀ, ਇੱਕੋ ਹੀ ਬੰਦਾ ਕਮਾਂਡੈਂਟ ਬਣ ਜਾਂਦਾ, ਲੈਟਸ ਸੇ ਪੈਰਾਮਿਲਟਰੀ ਫੋਰਸ ਦੇ ਵਿੱਚ ਆਮ ਜਨਰਲ ਕੈਟਾਗਰੀ ਤੋਂ, ਇੱਕ ਬੰਦਾ ਅਸਿਸਟੈਂਟ ਕਮਾਂਡੈਂਟ ਬਣ ਜਾਂਦਾ ਸਕੈਜੂਅਲ ਕਾਸਟ ਦੇ ਵਿੱਚ, ਉਹਨੇ DIG IG ਛੇਤੀ ਬਣ ਜਾਣਾ, ਦੂਜੇ ਨੇ ਘੱਟ ਬਣਨਾ। ਹਾਂਜੀ, ਇੱਥੇ ਵੀ ਇਸੇ ਲੈਵਲ ਤੇ ਇੱਥੇ US ਦੇ ਵਿੱਚ ਇਹਨਾਂ ਨੇ ਅਫਰਮੇਟਿਵ ਐਕਸ਼ਨ ਪ੍ਰੋਗਰਾਮ ਜਿਹੜਾ ਬਣਾਇਆ ਆ, ਉਹ ਇਹਨਾਂ ਨੇ ਲਾਗੂ ਕੀਤਾ ਹੈ ਐਜੂਕੇਸ਼ਨ ਦੇ ਵਿੱਚ, ਇੰਪਲੋਇਮੈਂਟ ਅਪਰਚੁਨਿਟੀਜ਼ ਦੇ ਵਿੱਚ, ਤੇ ਉਹਨੂੰ ਲਾਗੂ ਕਰਦੇ ਆ। ਇਹਨਾਂ ਨੇ ਹਾਰਵਰਡ ਦਾ ਇਸ਼ੂ ਬਾਅਦ 'ਚ ਆ ਗਈ ਮੋਹਰੇ ਇਹਨਾਂ ਦੇ, ਕਿਉਂਕਿ ਬਾਕੀ ਯੂਨੀਵਰਸਿਟੀਜ਼ ਵੀ ਇੱਦਾਂ ਹੀ ਕਰ ਰਹੀਆਂ ਵੈਸੇ। ਹੁਣ ਸਭ ਤੋਂ ਉਹਨਾਂ ਦਾ ਜਿਹੜੇ ਉਹਦੇ ਖਿਲਾਫ ਸੀ, ਉਹਨਾਂ ਨੇ ਇਹ ਗੱਲ ਕੀਤੀ ਕਿ ਅਸੀਂ ਵੀ ਤਾਂ ਇਮੀਗ੍ਰੈਂਟ ਆਏ ਹਾਂ, ਇੰਡੀਆ ਵਾਲੇ ਪਹਿਲਾਂ ਤਾਂ ਇੱਥੇ ਹੈ ਨਹੀਂ ਸੀ ਨਾ। ਹਾਂਜੀ, ਉਹ ਵੀ ਤਾਂ ਇਮੀਗ੍ਰੈਂਟ ਆਏ, ਉਹਨਾਂ ਲਈ ਵੀ ਤਾਂ ਚੈਲੰਜ ਹੁੰਦਾ, $20 ਜੇਬ 'ਚ ਪਾ ਕੇ ਆ ਜਾਂਦਾ ਉਹ। ਹਾਂਜੀ, ਤੇ ਜੇ ਬੰਦੇ ਇੱਥੇ ਵਾਲੇ ਕਹਿੰਦੇ ਕਿ ਅਸੀਂ ਸਾਡੇ ਲਈ ਔਖਾ ਆ ਕਿਉਂਕਿ ਸਾਡੇ ਹਾਲਾਤ ਇੱਦਾਂ ਦੇ ਆ, ਉਹ ਕਾਲੇ ਆ, ਉਹ ਹਿਸਪੈਨਿਕ ਆ, ਸਾਡੇ ਹਾਲਾਤ ਮਾੜੇ ਆ, ਤਾਂ ਇੰਡੀਆ ਤੋਂ ਜਿਹੜਾ ਬੰਦਾ ਆਉਂਦਾ ਆ ਉਹ ਵੀ ਹਾਲਾਤ ਮਾੜੇ ਹੀ ਹੁੰਦੇ, ਚੀਨ ਤੋਂ ਆਉਂਦਾ ਉਹਦੇ ਵੀ ਹਾਲਾਤ ਮਾੜੇ ਹੀ ਹੁੰਦੇ ਜੀ। ਤਾਂ ਉਹ ਕਹਿੰਦੇ ਵੀ ਸਾਡੇ ਬੱਚੇ ਆ ਕੇ ਪੜ੍ਹ ਲੈਂਦੇ, ਇਹਨਾਂ ਦੇ ਬੱਚੇ ਕਿਉਂ ਨਹੀਂ ਪੜ੍ਹਦੇ। ਹੁਣ
ਇਹਦੇ ਵਿੱਚ ਇਸ਼ੂ ਤਾਂ ਆ ਜਾਂਦੀ ਹੈ ਕਿ ਜਿਹੜੇ ਮੋਟੇ ਬੰਦੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਹੈ, ਜਾਂ ਨਾਰਮਲ ਬੰਦਾ ਹੈ ਕਾਲਾ ਜਾਂ ਹਿਸਪੈਨਿਕ, ਉਹਨੂੰ ਫਾਇਦਾ ਨਹੀਂ ਹੁੰਦਾ ਕੁਝ। ਜਿਹੜੇ ਇੱਥੇ ਸਿਐਟਲ ਦੇ ਵਿੱਚ ਤੁਸੀਂ ਜਾਂ ਬਲੈਕ ਏਰੀਆ ਦੇ ਵਿੱਚ ਜਾ ਕੇ ਦੇਖ ਲਓ, ਉਹਨਾਂ ਵਿਚਾਰਿਆਂ ਨੂੰ ਕੋਈ ਫਾਇਦਾ ਨਹੀਂ ਹੋਣਾ। ਉਹਨਾਂ ਦੇ ਤਾਂ ਬਹੁਤੇ ਬੱਚੇ ਤਾਂ ਉਹਨਾਂ ਦੇ ਹਾਈ ਸਕੂਲ ਗ੍ਰੈਜੂਏਸ਼ਨ ਕਰਦੇ ਹੀ ਨਹੀਂ, ਉਹ ਤਾਂ ਪਹਿਲਾਂ ਹੀ ਡ੍ਰੌਪ ਆਊਟ ਹੋ ਜਾਂਦੇ। ਫਾਇਦਾ ਜਿਨ੍ਹਾਂ ਨੂੰ ਹੁੰਦਾ ਉਹ ਹੈਗਾ ਬਰਾਕ ਓਬਾਮਾ ਵਰਗਿਆਂ ਨੂੰ। ਹਾਂਜੀ, ਹੁਣ ਬਰਾਕ ਓਬਾਮਾ ਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ, ਉਹਨਾਂ ਦੀ ਬਾਇਓਗ੍ਰਾਫੀ ਪੜ੍ਹ ਕੇ ਦੇਖੋ। ਇਹਨਾਂ ਦੇ ਫਾਦਰ ਕੈਨੀਆ ਤੋਂ ਸਨ, ਦੇਅਰਫੋਰ ਬਲੈਕ। ਹੁਣ ਮਾਂ ਉਹਨਾਂ ਦੀ ਹੈਗੀ ਆ ਗੋਰੀ। ਹੁਣ ਜਦੋਂ ਇਹਨਾਂ ਦਾ ਜਨਮ ਹੋਇਆ, ਇਹਨਾਂ ਦੇ ਫਾਦਰ ਦਾ ਡਿਵੋਰਸ ਹੋ ਗਿਆ ਸੀ। ਇਹਨਾਂ ਦੇ ਫਾਦਰ ਦਾ ਸਿਰਫ ਇਹਨਾਂ ਦੀ ਲਾਈਫ 'ਚ ਇੰਨਾ ਹੀ ਰੋਲ ਆ ਵੀ ਉਹਨਾਂ ਨੇ ਬਾਇਓਲੋਜੀਕਲ ਫਾਦਰ ਹੈ ਜੀ। ਐਕਚੁਅਲੀ ਇਹਨਾਂ ਨੂੰ ਪਾਲਿਆ ਇਹਨਾਂ ਦੀ ਮਾਂ ਨੇ। ਉਹ ਡਿਪਲੋਮੈਟ ਹੁੰਦੀ ਸੀ। ਡਿਪਲੋਮੈਟ ਦੇ ਬੱਚੇ ਕੋਈ ਮਾੜਾ ਮੋਟਾ ਨਹੀਂ, ਚੰਗੇ ਮਿਡਲ ਕਲਾਸ ਫੈਮਿਲੀ ਸਮਝੀ ਜਾਂਦੀ ਹੈ। ਤਾਂ ਇਹਨਾਂ ਦੀ ਨਾਨੀ ਹਵਾਈ ਦੇ ਵਿੱਚ ਰਹਿੰਦੀ ਸੀ, ਉਹਨੇ ਪਾਲਿਆ ਇਹਨੂੰ। ਹਵਾਈ ਦੇ ਵਿੱਚ ਇੱਕ ਵਧੀਆ ਪ੍ਰਾਈਵੇਟ ਸਕੂਲ ਦੇ ਵਿੱਚ ਭੇਜਿਆ ਇਹਨਾਂ ਨੂੰ। ਅੱਛਾ, ਉਸ ਤੋਂ ਬਾਵਜੂਦ ਵੀ ਫਿਰ ਇੱਕ ਗੋਰਿਆਂ ਨੇ ਪਾਲਿਆ ਬੱਚਾ, ਤੇ ਗੋਰਿਆਂ ਦੇ ਸਕੂਲ 'ਚ ਐਕਸਕਲੂਸਿਵ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਨ ਦੇ ਬਾਵਜੂਦ ਵੀ ਕੋਲੰਬੀਆ ਦੇ ਵਿੱਚ ਗਿਆ, ਹਾਰਵਰਡ ਦੇ ਵਿੱਚ ਗਿਆ, ਉਹ ਅਫਰਮੇਟਿਵ ਕੋਟਾ ਦਾ ਕਰਕੇ, ਕਿਉਂਕਿ ਆਪਣੇ ਆਪ ਨੂੰ ਬਲੈਕ ਕਹਿੰਦਾ ਸੀ। ਜਿਹੜੀ ਉਹਦੀ ਆਟੋਬਾਇਓਗ੍ਰਾਫੀ ਵੀ ਆ, ਉਹ 'ਚ ਆਹ ਹੀ ਗੱਲ ਲਿਖੀ ਆ ਵਾਰ-ਵਾਰ, ਮੈਂ ਬਲੈਕ ਅਮਰੀਕਨ ਹਾਂ, ਬਲੈਕ ਅਮਰੀਕਨ ਹਾਂ। ਆਪਣੀ ਮਾਂ ਜਿਹਨੇ ਉਹਨੂੰ ਪਾਲਿਆ ਉਹਦਾ ਕੋਈ ਜ਼ਿਕਰ ਨਹੀਂ, ਨਾਨੀ ਦਾ ਕੋਈ ਜ਼ਿਕਰ ਨਹੀਂ, ਕਿਉਂਕਿ ਫਾਇਦਾ ਜਿਹੜਾ ਹੋਇਆ ਆ ਉਹ ਬਲੈਕ ਹੋਣ ਦਾ ਹੋਇਆ। ਹੁਣ ਇਹਨੂੰ ਚੈਲੰਜ ਕਰ ਰਹੇ ਆ ਇਮੀਗ੍ਰੈਂਟ ਗਰੁੱਪਸ, ਖਾਸ ਤੌਰ ਤੇ ਇੰਡੀਅਨ ਤੇ ਚਾਈਨੀਜ਼ ਸਟੂਡੈਂਟਸ। ਇਹਨਾਂ ਨੇ ਕਿਹਾ ਕਿ ਯੋਗਤਾ ਹੋਣੀ ਚਾਹੀਦੀ ਸਾਰਿਆਂ ਦੀ। ਹਾਂਜੀ, ਹਾਂ, ਤੁਸੀਂ ਜੇ ਇਹਨਾਂ ਨੂੰ, ਜੇ ਬਲੈਕਸ ਦੇ ਕੋਲ ਪੈਸੇ ਹੈ ਨਹੀਂ ਗੇ, ਹਿਸਪੈਨਿਕ ਦੇ ਕੋਲ ਪੈਸੇ ਹੈ ਨਹੀਂ ਗੇ, ਤੁਸੀਂ ਇਹਨਾਂ ਨੂੰ ਵਜ਼ੀਫੇ ਦੇ ਦਿਓ ਸਕੂਲਾਂ ਦੇ ਵਿੱਚ ਜੀ। ਉਸ ਤੋਂ ਬਾਅਦ ਜੋ ਯੂਨੀਵਰਸਿਟੀ ਦੇ ਵਿੱਚ ਐਂਟਰੈਂਸ ਹੋਣੀ ਆ, ਉਸ ਵੇਲੇ ਸਾਰਿਆਂ ਲਈ ਬਰਾਬਰਤਾ ਹੋਣੀ ਚਾਹੀਦੀ। ਉਹ ਯੋਗਤਾ ਦੇ ਆਧਾਰ ਤੇ ਹੋਣੀ ਚਾਹੀਦੀ ਆ। ਕੋਈ ਯੂਨੀਵਰਸਿਟੀ ਦੇ ਵਿੱਚ ਆਖਰਕਾਰ ਤਾਂ ਇਹੀ ਆ ਵੀ ਤੁਸੀਂ ਪੜ੍ਹਾਉਣੇ ਆ ਰਿਸਰਚਰ, ਇਹਨਾਂ ਨੇ ਰਿਸਰਚਰ ਬਣਨਾ ਬਾਅਦ ਦੇ ਵਿੱਚ। ਹਾਂਜੀ, ਤਾਂ ਹੀ ਬਣਨਗੇ ਜੇ ਇਹਨਾਂ ਦੀ ਯੋਗਤਾ ਹੋਊਗੀ ਤਾਂ। ਜੀ ਬਿਲਕੁਲ। ਹੁਣ ਇਹ ਕੋਈ ਲੰਗਰ ਚਲਾਉਣ ਤਾਂ ਗਏ ਨਹੀਂ ਉੱਥੇ। ਹਾਂਜੀ, ਵੀ ਜਿਹਨੂੰ ਰੋਟੀਆਂ ਬਣਾਉਣੀਆਂ ਆਉਂਦੀਆਂ ਉਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲਵੇ। ਜੇ ਤੁਸੀਂ ਇੱਕ ਮੇਨਟੇਨ ਕਰਨਾ ਸਟੈਂਡਰਡ, ਯੂਨੀਵਰਸਿਟੀਜ਼ ਨੇ ਸਪੇਸ ਵਾਲੇ ਬਣਾਉਣੇ ਆ, ਯੂਨੀਵਰਸਿਟੀਜ਼ ਨੇ ਡਾਕਟਰ ਬਣਾਉਣੇ ਆ, ਸਪੈਸ਼ਲਿਸਟ ਬਣਾਉਣੇ ਆ, ਇੰਜੀਨੀਅਰ ਬਣਾਉਣੇ ਆ, ਸਭ ਕੁਝ ਇਹੀ ਬਣਾਉਂਦੇ ਆ। ਤਾਂ ਉੱਥੇ ਦਾ ਯੋਗਤਾ ਦਾ ਆਧਾਰ ਹੀ ਹੋਣਾ ਚਾਹੀਦਾ। ਤਾਂ ਜੇ ਤੁਹਾਡੀਆਂ ਯੂਨੀਵਰਸਿਟੀਜ਼ ਇਹ ਕਹਿੰਦੀਆਂ ਕਿ ਨਹੀਂ ਅਸੀਂ ਤਾਂ ਕੋਟਾ ਸਿਸਟਮ ਰੱਖਣਾ, ਵੀ ਸਾਡੇ 10-12% ਕਾਲੇ ਹੋਣੇ ਜ਼ਰੂਰੀ ਆ, 15-16% ਸਾਡੇ ਹਿਸਪੈਨਿਕ ਹੋਣੇ ਜ਼ਰੂਰੀ ਆ। ਹੁਣ ਉਹਦੇ ਨੰਬਰਾਂ ਦੇ ਹਿਸਾਬ ਨਾਲ ਤਾਂ ਏਸ਼ੀਅਨ ਜਿਹੜੀ ਪਾਪੂਲੇਸ਼ਨ ਆ ਸਾਰੀ ਦੀ ਸਾਰੀ, ਚੀਨੇ ਤੇ ਇੰਡੀਅਨ ਪਾ ਕੇ ਇਹਨਾਂ ਦੇ 4% ਤੋਂ ਘੱਟ ਹੈ ਜੀ। ਤੇ ਉਹਦੇ ਹਿਸਾਬ ਨਾਲ ਤਾਂ ਇਹਨਾਂ ਦਾ ਨਾਂ ਆਉਂਦਾ ਹੀ ਨਹੀਂ ਕਿਤੇ। ਹਾਂਜੀ, ਪਰ ਆਪਣੀ ਯੋਗਤਾ ਦੇ ਹਿਸਾਬ ਨਾਲ ਐਡਮਿਸ਼ਨ ਲੈ ਜਾਂਦੇ। ਯੋਗਤਾ ਦੇ ਆਧਾਰ ਤੇ ਸਭ ਤੋਂ ਅੱਗੇ ਆਉਂਦੇ ਆ। ਇਹ ਸਭ ਤੋਂ ਜਿਹੜੀ ਪਿਊਰ ਰਿਸਰਚ ਇੰਸਟੀਚਿਊਟ ਆ, ਬੜੀ ਟੌਪ ਦੀ ਰਿਸਰਚ ਇੰਸਟੀਚਿਊਟ ਆ USA ਦੇ ਵਿੱਚ, ਉਹਨਾਂ ਨੇ ਧਰਮ ਦੇ ਆਧਾਰ ਤੇ ਇੱਕ ਡਾਟਾ ਭੇਜਿਆ ਸੀ। 2-3 ਸਾਲ ਦੀ ਗੱਲ ਹੈ, 4 ਸਾਲ ਦੀ ਮੇਰਾ ਖਿਆਲ। ਉਸ ਵੇਲੇ ਉਹਨਾਂ ਨੇ ਧਰਮ ਦੇ ਆਧਾਰ ਤੇ ਸਾਰਿਆਂ ਬੰਦਿਆਂ ਦੀ ਪਰ ਕੈਪੀਟਾ ਦੱਸੀ ਤੇ ਪੜ੍ਹੇ ਲਿਖੇ ਨੰਬਰ 1 ਮੈਂ ਹਮੇਸ਼ਾ ਸੋਚਦਾ ਹੁੰਦਾ ਸੀ ਕਿ ਯਹੂਦੀ ਹੋਣੇ ਆ, ਕਿਉਂਕਿ ਯਹੂਦੀ ਜ਼ਿਆਦਾ ਪੜ੍ਹਦੇ। ਹਾਂਜੀ, ਪਰ ਨਹੀਂ, USA ਦੇ ਵਿੱਚ ਨੰਬਰ 1 ਹਿੰਦੂ ਆ। ਹਿੰਦੂ ਕਮਿਊਨਿਟੀ ਨੰਬਰ 1 ਹੈ ਪੜ੍ਹਿਆਂ ਲਿਖਿਆਂ ਦੇ ਵਿੱਚ ਜੀ। ਯਹੂਦੀ ਹੈਗੇ ਨੰਬਰ 2, ਮੁਸਲਮਾਨ ਐਕਚੁਅਲੀ ਚੌਥੇ ਨੰਬਰ ਤੇ ਆ। ਕੋਈ ਮਾੜਾ ਨਹੀਂ, ਉਹਨਾਂ ਦੇ ਵਿੱਚੋਂ ਵੀ ਚੰਗੇ ਪੜ੍ਹੇ ਲਿਖੇ ਆਉਂਦੇ ਆ। ਹਾਂਜੀ, ਤੇ ਬਾਕੀ ਧਰਮ ਹੌਲੀ ਹੌਲੀ ਤੋਂ ਥੱਲੇ ਨੂੰ ਕਈ ਆਉਂਦੇ ਆ ਫਿਰ। ਪਰ ਜਿਹੜੀ ਪੜ੍ਹੀ ਲਿਖੀ ਕਮਿਊਨਿਟੀ ਆ ਹਿੰਦੁਸਤਾਨੀ ਕਮਿਊਨਿਟੀ ਉੱਥੇ ਜ਼ਿਆਦਾ ਹੈ। ਹਾਂਜੀ, ਕੁਛ ਇੱਕ ਸੂਬਿਆਂ ਨੇ, ਕੁਛ ਸਟੇਟਸ ਨੇ ਕਹਿ ਸਕਦੇ ਹਾਂ ਅਸੀਂ ਕਿ ਅਫਰਮੇਟਿਵ ਐਕਸ਼ਨ ਨੂੰ ਨਾ ਕੀਤੀ ਆ, ਖਾਸ ਤੌਰ ਤੇ ਐਜੂਕੇਸ਼ਨ ਦੇ ਵਿੱਚ। ਉਹਨਾਂ ਦੇ ਵਿੱਚੋਂ ਵਾਸ਼ਿੰਗਟਨ ਸਟੇਟ ਵੀ ਆਉਂਦੀ ਹੈ। ਪਰ ਅਜੇ ਤਾਈਂ ਜਿਹੜੇ ਬਾਕੀ ਦੇ 41 ਸਟੇਟਸ ਦੇ ਵਿੱਚ ਉਹੀ ਚੱਲੀ ਜਾਂਦਾ ਅਫਰਮੇਟਿਵ ਕੋਟਾ, ਜਿਹੜਾ ਹਿੰਦੁਸਤਾਨ 'ਚ 75 ਸਾਲ ਹੋ ਗਏ।
ਹਿੰਦੁਸਤਾਨ ਦੇ ਵਿੱਚ ਜਿਹੜਾ ਅਫਰਮੇਟਿਵ ਐਕਸ਼ਨ ਪ੍ਰੋਗਰਾਮ ਹੈ ਇਹ ਪਹਿਲਾਂ ਲਾਇਆ ਸੀ ਸਕੈਜੂਲਡ ਕਾਸਟ ਜਿਹੜੀਆਂ ਸੰਵਿਧਾਨ ਦੇ ਵਿੱਚ ਇੱਕ ਸਕੈਜੂਲ ਬਣਾਇਆ ਆ ਉਹਦੇ ਵਿੱਚ ਜਿਹੜੀਆਂ ਕਾਸਟ ਦੀ ਜ਼ਿਕਰ ਕੀਤਾ ਆ ਉਹਨਾਂ ਲਈ ਸਪੈਸ਼ਲ ਪ੍ਰਿਵਿਲੇਜ ਸੀ ਕਿ ਐਜੂਕੇਸ਼ਨ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਵਿੱਚ ਜੋ ਵੀ ਉਹਨਾਂ ਨੇ ਜੌਬਸ ਲੈਣੀਆਂ ਤਰੱਕੀ ਕਰਨੀ ਹੈ ਤੇ ਈਵਨ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਉਹਨਾਂ ਦੀ ਰਿਜ਼ਰਵੇਸ਼ਨ ਹੋਣੀ ਹੈ ਹੈਗੀ ਵੀ ਹੈ ਤਾਂ ਉਹਨਾਂ ਨੂੰ ਪਹਿਲਾਂ ਬਣਾਇਆ ਸੀ 10 ਸਾਲ ਲਈ ਹੋਊਗਾ ਇਸ਼ੂ ਬਣਾਈ ਸੀ ਕਿ ਇਹਨਾਂ ਨੂੰ ਇਸ ਵੇਲੇ ਥੋੜਾ ਜਿਹਾ ਹੈਲਪ ਕਰਨ ਦੀ ਲੋੜ ਹੈ ਮਦਦ ਦੀ ਲੋੜ ਹੈ ਕਿਉਂਕਿ ਸਮਾਜ ਐਕਸੈਪਟ ਨਹੀਂ ਕਰਦਾ ਕਿ ਸਕੈਜੂਲਡ ਕਾਸਟ ਬੰਦੇ ਇਹਨਾਂ ਦੇ ਬਰਾਬਰ ਆ ਜਾਣ ਉਹਨਾਂ ਨੂੰ ਪੁਸ਼ ਕਰਨ ਲਈ ਪਹਿਲੇ 10 ਸਾਲ ਕੋਟਾ ਲਾਇਆ ਸੀ ਉਸ ਤੋਂ ਬਾਅਦ ਦੇਖੋ ਕਿੰਨੇ 10 ਸਾਲ ਹੋਏ ਜੀ ਹਰ 10 ਸਾਲ ਬਾਅਦ ਅਮੈਂਡਮੈਂਟ ਆਉਂਦੀ ਹੈ ਸੰਵਿਧਾਨ ਦੀ ਅੱਜ ਤਾਈਂ ਇੰਡੀਆ ਦੇ ਵਿੱਚ ਇੱਕ ਵੀ ਮੈਂਬਰ ਆਫ ਪਾਰਲੀਮੈਂਟ ਨੇ ਇਹਦੇ ਖਿਲਾਫ ਵੋਟ ਨਹੀਂ ਪਈ 100% ਵੋਟਿੰਗ ਹੁੰਦੀ ਹੈ ਆ ਪਿਛਲਾ ਹੁਣੇ ਹੀ ਕਰਕੇ ਹਟੇ ਪਿਛਲੇ ਸਾਲ ਹੀ ਕਰਕੇ ਹਟਿਆ ਜਿਹੜੀ ਲੇਟੈਸਟ ਅਮੈਂਡਮੈਂਟ ਸੀ ਉਹ 2021 ਦੇ ਵਿੱਚ ਸੀ ਤੇ ਅਗਲੀ ਹੋਣੀ ਹੈ 2031 ਦੇ ਵਿੱਚ ਤੇ ਉਦੋਂ ਵੀ ਤੁਸੀਂ ਦੇਖ ਲਿਓ ਇੱਕ ਵੀ ਐਮਪੀ ਨੇ ਬਹੁਤੇ ਜਿਹੜੇ ਜਨਰਲ ਕੈਟਾਗਰੀ ਦੇ ਐਮਪੀਜ਼ ਆ ਉੱਥੇ ਜੇ ਤੁਸੀਂ ਪ੍ਰਾਈਵੇਟ ਗੱਲ ਕਰਦੇ ਉਹਨਾਂ ਦੇ ਵੀ ਆਹ ਗੱਲ ਤਾਂ ਠੀਕ ਨਹੀਂ ਹੈ ਕਿਉਂਕਿ ਜਿਹੜੇ ਪਹਿਲਾਂ ਬੰਦੇ ਬਣ ਗਏ ਆ ਜਿੱਦਾਂ ਡੀਸੀ ਕੋਈ ਬਣ ਗਿਆ ਕੋਈ ਕੈਬਨਿਟ ਸੈਕਟਰੀ ਬਣ ਗਿਆ ਕੋਈ ਸੈਕਟਰੀ ਬਣ ਗਿਆ ਕੋਈ ਆਈਜੀ ਬਣ ਗਿਆ ਡੀਜੀਪੀ ਬਣ ਗਿਆ ਹੁਣ ਉਹਦੇ ਮੁੰਡੇ ਜਾਂ ਕੁੜੀ ਨੂੰ ਫਿਰ ਉਹਨੂੰ ਕੋਟੇ ਦੀ ਕੀ ਲੋੜ ਹੈ ਜੀ ਬਿਲਕੁਲ ਉਹ ਤਾਂ ਸਭ ਤੋਂ ਵਧੀਆ ਸਕੂਲਾਂ ਦੇ ਵਿੱਚ ਪੜ੍ਹਿਆ ਸਭ ਤੋਂ ਵਧੀਆ ਉਹਨੂੰ ਪੜ੍ਹਾਈ ਮਿਲੀ ਹੈ ਹਾਂਜੀ ਉਹਨਾਂ ਦੇ ਫਾਦਰ ਵੀ ਵਧੀਆ ਤਰੀਕੇ ਨਾਲ ਰਹਿ ਰਹੇ ਆ ਜਾਂ ਹੁਣ ਇੱਕ ਗਰੀਬ ਬ੍ਰਾਹਮਣ ਦਾ ਪਿੰਡ ਦੇ ਵਿੱਚ ਬੱਚਾ ਹੋਵੇ ਉਹ ਤਾਂ 97% ਲੈ ਕੇ ਤੇ ਰਿਜੈਕਟ ਕਰ ਦਿੰਦੇ ਉਹਨੂੰ ਤਾਂ ਜਿਹੜਾ ਇੱਕ ਸਕੈਜੂਲਡ ਕਾਸਟ ਡੀਜੀਪੀ ਦਾ ਮੁੰਡਾ ਹੋਵੇ ਉਹਨੂੰ 15% ਤੇ ਰੱਖ ਲੈਂਦੇ ਦੇਖੋ ਡਾਕਟਰ ਸਾਹਿਬ ਇਸ ਦੇ ਉੱਪਰ ਵੀ ਕਿੰਨੀਆਂ ਜ਼ਿਆਦਾ ਡਿਸਕਸ਼ਨਸ ਹੋਈਆਂ ਨੇ ਜਿਵੇਂ ਕਿ ਹੁਣ ਇੰਨੇ ਜ਼ਿਆਦਾ ਸਾਲ ਹੋ ਗਏ ਆ ਹਾਲਾਤ ਬਦਲ ਗਏ ਆ ਜਿਵੇਂ ਹੁਣ ਤੁਸੀਂ ਐਗਜ਼ਾਮਪਲ ਵੀ ਦਿੱਤੀ ਹੈਗੀ ਆ ਇਹ ਵੀ ਗੱਲ ਕਹੀ ਗਈ ਕਿੰਨੀ ਵਾਰੀ ਜਿੱਦਾਂ ਉਹਦਾ ਦਬੀ ਆਵਾਜ਼ ਦੇ ਵਿੱਚ ਕਹਿੰਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਬਿਲਕੁਲ ਅੱਗੇ ਆ ਕਿ ਸਾਹਮਣੇ ਤੂੰ ਇਹ ਗੱਲ ਰੱਖਦੇ ਨਹੀਂ ਹੈਗੇ ਠੀਕ ਆ ਜਿਹੜੇ ਹੁਣ ਸਕੈਜੂਲਡ ਕਲਾਸ ਹੈਗੇ ਆ ਜੇ ਤੁਸੀਂ ਉਹਨਾਂ ਨੂੰ ਰਿਆਇਤਾਂ ਦੇਣੀਆਂ ਨੇ ਤੁਸੀਂ ਉਹਨਾਂ ਨੂੰ ਦੇ ਦਿਓ ਕਿ ਠੀਕ ਆ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਤੁਸੀਂ ਉਹ ਫ੍ਰੀ ਕਰ ਦਿਓ ਪਰ ਜਿੱਥੇ ਹੁਣ ਕੋਈ ਐਂਟਰੈਂਸ ਐਗਜ਼ਾਮ ਹੁੰਦੇ ਆ ਜਿੱਥੇ ਸਿਲੈਕਸ਼ਨ ਹੋਣੀ ਆ ਜਿੱਥੇ ਜੌਬਸ ਦੀ ਗੱਲ ਹੁੰਦੀ ਆ ਉੱਥੇ ਤਾਂ ਯੋਗਤਾ ਦੇ ਆਧਾਰ ਤੇ ਹੋਣਾ ਚਾਹੀਦਾ ਉੱਥੇ ਤਾਂ ਜਿਹੜੀ ਜਨਰਲ ਕੈਟੇਗਰੀ ਆ ਉਹਦੇ ਨਾਲ ਸਭ ਤੋਂ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦੀ ਆ ਉੱਥੇ ਦਾ ਤਾਂ ਇੱਥੇ ਦਾ ਇਹ ਫਰਕ ਹੈ ਕਿ ਇੱਥੇ ਕਾਨੂੰਨ ਬਣਾਇਆ ਸੀ ਕਾਂਗਰਸ ਨੇ ਕਾਨੂੰਨ ਬਣਾਤਾ ਕਾਨੂੰਨ ਨੂੰ ਤੁਸੀਂ ਦੂਸਰੀ ਕਾਂਗਰਸ ਆ ਕੇ ਚੇਂਜ ਵੀ ਕਰ ਸਕਦੀ ਹੈ ਬਦਲ ਸਕਦੀ ਹੈ ਜੁਡੀਸ਼ਰੀ ਦੇ ਵਿੱਚ ਹੁਣ ਗਿਆ ਮਾਮਲਾ ਸੁਪਰੀਮ ਕੋਰਟ ਨੇ ਜੇ ਇਹਦੇ ਖਿਲਾਫ ਰੂਲਿੰਗ ਦੇ ਦਿੱਤੀ ਤਾਂ ਇਹ ਕੋਟਾ ਸਿਸਟਮ ਖਤਮ ਹੋ ਜਾਣਾ ਸਾਡੇ ਹਿੰਦੁਸਤਾਨ 'ਚ ਲਾਅ ਬਦਲਿਆ ਨਹੀਂ ਜਾ ਸਕਦਾ ਜਿੰਨਾ ਚਿਰ ਤੁਸੀਂ ਸੰਵਿਧਾਨ ਨਹੀਂ ਬਦਲਦੇ ਜੀ ਹੁਣ ਸੰਵਿਧਾਨ ਨੂੰ ਬਦਲਣਾ ਬਹੁਤ ਔਖਾ ਹੈ ਹੁਣ 10 ਸਾਲਾਂ ਬਾਅਦ ਸਿਰਫ ਐਮਪੀਜ਼ ਜਿਹੜੇ ਦੋਹਾਂ ਸਦਨਾਂ ਦੇ ਆ ਰਾਜ ਸਭਾ ਤੇ ਲੋਕ ਸਭਾ ਦੇ ਉਹ ਵੋਟ ਪਾਉਂਦੇ ਆ ਅੱਜ ਤਾਈਂ ਜਿਹੜਾ ਵੋਟ ਪੋਲਿਟਿਕਸ ਚੱਲਦੀ ਆ ਵੋਟ ਪੋਲਿਟਿਕਸ ਵਾਲੇ ਯੂਐਸ ਦੇ ਵਿੱਚ ਵੀ ਕਦੇ ਨਾ ਨਹੀਂ ਕਰਦੇ ਇਹ ਉਹਨਾਂ ਦੇ ਹੱਕ 'ਚ ਖੜੇ ਆ ਕੋਟੇ ਸਿਸਟਮ ਦੇ ਕਿਉਂਕਿ ਵੋਟਾਂ 12% ਤੱਕ ਕਾਲਿਆਂ ਦੀਆਂ ਹਾਂਜੀ ਤੇ 18% ਜਿਹੜੀਆਂ ਹਿਸਪੈਨਿਕ ਵੋਟਾਂ ਆ ਹੁਣ 4% ਏਸ਼ੀਅਨ ਨੂੰ ਕੌਣ ਪੁੱਛਦਾ ਉੱਥੇ ਜੀ ਇਹ ਨੰਬਰ ਦੇਖਦੇ ਨਾ ਵੀ ਨੰਬਰ ਕਿਹੜੇ ਕਿਹਨਾਂ ਦੇ ਜ਼ਿਆਦਾ ਸਾਡੇ ਵਾਲੇ ਵੈਸੇ ਡਾਕਟਰ ਸਾਹਿਬ ਗੱਲ ਸਾਰੀ ਵੋਟਾਂ ਦੀ ਆ ਇੱਥੇ ਵੀ ਵੋਟਾਂ ਦੀ ਉੱਥੇ ਵੀ ਵੋਟਾਂ ਦੀ ਆ ਹਾਂਜੀ ਉੱਥੇ ਵੋਟਾਂ ਨੇ ਜਕੜਿਆ ਪਿਆ ਕਿਉਂਕਿ ਸੰਵਿਧਾਨ ਦੇ ਵਿੱਚ ਆ ਹਾਂਜੀ ਇੱਥੇ ਹੁਣ ਫੜ ਹੋ ਗਿਆ ਕਿਉਂਕਿ ਇਹ ਨਾਰਮਲ ਲਾਅ ਬਣਾਇਆ ਸੀ ਇਹਨਾਂ ਨੇ ਕਾਂਗਰਸ ਨੇ ਪਾਸ ਕੀਤਾ ਸੀ ਜਿਹਨੂੰ ਕਿ ਚੈਲੰਜ ਕੀਤਾ ਗਿਆ ਹੈ ਜੇ ਸੁਪਰੀਮ ਕੋਰਟ ਤੇ ਇਹ ਜੁਡੀਸ਼ਰੀ ਤੇ ਡਿਪੈਂਡ ਕਰਦਾ ਉਹਨਾਂ ਨੇ ਕਿਹੜੀ ਰੂਲਿੰਗ ਦੇਣੀ ਹੈ ਇਹਦੇ ਹੱਕ 'ਚ ਦੇਣੀ ਹੈ ਜਾਂ ਇਹਦੇ ਵਿਰੁੱਧ ਵਿੱਚ ਦੇਣੀ ਹੈ ਉਹ ਦੋਹਾਂ ਪਾਸਿਆਂ ਦੀ ਆਰਗੂਮੈਂਟ ਕਾਫੀ ਚਿਰ ਦੇ ਸੁਣਦੇ ਆ ਤਾਂ ਉਹਨਾਂ ਨੇ ਦੋਵੇਂ ਪਾਸਾਂ ਨੇ ਆਪਣੇ ਆਪਣੇ ਐਕਸਪਰਟ ਲਿਆਂਦੇ ਆ ਤੇ ਹੁਣ 31 ਅਕਤੂਬਰ ਨੂੰ ਦੇਖਾਂਗੇ ਕਿੱਧਰ ਨੂੰ ਕਹਿੰਦੇ ਹੁੰਦੇ ਊਠ ਕਿਸ ਕਰਵਟ ਬੈਠਦਾ ਹੈ ਹਵਾ ਦਾ ਰੁਖ ਕਿੱਧਰ ਨੂੰ ਹੋਊਗਾ ਜੀ ਪਤਾ ਲੱਗ ਜਾਣਾ 31 ਅਕਤੂਬਰ ਨੂੰ ਜਦੋਂ ਸੁਣਵਾਈ ਸ਼ੁਰੂ ਹੋਣੀ ਹੈ ਇਹਨਾਂ ਕੇਸਿਸ ਦੀ ਇਹਨਾਂ ਦੋਨਾਂ ਕੇਸਿਸ ਵਿੱਚੋਂ ਐਕਚੁਅਲੀ ਇੱਕ ਦੀ
ਡਾਕਟਰ ਸਾਹਿਬ ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਅਮਰੀਕਾ ਦੇ ਨਿਊਯਾਰਕ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ ਜੀ ਸਲਮਾਨ ਰਸ਼ਦੀ ਤੇ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਇਹਨਾਂ ਨੂੰ ਫਤਵਾ ਬਹੁਤ ਦੇਰ ਦਾ ਮਿਲਿਆ ਆ। 1988 ਚ ਇਹਨਾਂ ਦੀ ਕਿਤਾਬ ਆਈ ਸੀ ਸੈਟੈਨਿਕ ਵਰਸਸ ਜੀ। ਉਸ ਵੇਲੇ ਇਰਾਨ ਦੀ ਸਰਕਾਰ ਨੇ ਕਿਹਾ ਸੀ ਕਿ ਇਹਨਾਂ ਨੂੰ ਮਾਰਨ ਵਾਲਿਆਂ ਨੂੰ $1 ਮਿਲੀਅਨ ਦਿੱਤਾ ਜਾਊ, ਤੇ ਹੁਣ ਇਹਨਾਂ ਤੇ ਹਮਲਾ ਕੀਤਾ। ਅਮਰੀਕਨ ਸਿਟੀਜ਼ਨ ਨਹੀਂ ਆ ਉਹ ਵੈਸੇ, ਪਰ ਉਹ ਜੰਮਪਲ ਹੈ ਲੈਬਨਾਨ ਦਾ, ਜਿਹਨੇ ਚਾਕੂ ਦੇ ਨਾਲ ਹਮਲਾ ਕੀਤਾ। ਹਾਂਜੀ। ਤੇ ਇਸ ਵੇਲੇ ਉਹਨਾਂ ਦੀ ਕਹਿੰਦੇ ਸੀ ਪਹਿਲਾਂ ਵੀ ਸ਼ਾਇਦ ਅੱਖ ਦੀ ਰੋਸ਼ਨੀ ਜਾਂਦੀ ਲੱਗੇ, ਇੱਕ ਅੱਖ ਦੀ, ਤੇ ਦੂਸਰਾ ਉਹਨਾਂ ਦੇ ਲਿਵਰ ਤੇ ਮਾਰਿਆ, ਜਿਗਰ ਦੇ ਵਿੱਚ ਨਾਈਫ ਮਾਰਿਆ। ਹਾਂਜੀ। ਹੁਣ ਇਸ਼ੂ ਬਣਦੀ ਹੈ ਕਿ ਸਭ ਤੋਂ ਪਹਿਲੀ ਤਾਂ ਗੱਲ, ਜਿਹੜਾ ਉਹਨਾਂ ਦਾ ਨਾਵਲ ਹੈ ਨਾ ਸੈਟੈਨਿਕ ਵਰਸਸ, ਉਹ 'ਚ ਇੱਕ 2 ਇਮੀਗ੍ਰੈਂਟਸ, ਇੰਡੀਆ ਦੇ ਜੰਮਪਲ ਹੈ ਵੈਸੇ ਸਲਮਾਨ ਰਸ਼ਦੀ, ਖੁਦ ਵੀ ਮੁਸਲਮਾਨ ਹੈ। ਇਹ ਮੁੰਬਈ ਦੇ ਵਿੱਚ ਜੰਮੇ ਪਲੇ ਆ ਤੇ ਕਸ਼ਮੀਰੀ ਮੁਸਲਮਾਨ ਹੈ ਵੈਸੇ, ਤੇ ਉੱਥੋਂ ਪਹਿਲਾਂ ਇੰਗਲੈਂਡ ਆ ਕੇ ਰਹਿੰਦੇ ਹੁੰਦੇ ਸੀ। ਤੇ ਉਹ ਇਮੈਜੀਨੇਸ਼ਨ ਦੇ ਵਿੱਚ ਜਿਹੜੀ ਫਿਕਸ਼ਨਲ ਨਾਵਲ ਆ ਉਹਦੇ ਵਿੱਚ ਵੀ ਜਿਹੜੇ ਕਰੈਕਟਰ ਆ ਨਾ 2, ਜ਼ਬਰੀਲ ਤੇ ਦੂਸਰੇ ਦਾ ਨਾਮ ਮੈਨੂੰ ਯਾਦ ਨਹੀਂ, ਤੇ ਉਹ ਦੋਏ ਕੈਰੈਕਟਰ ਜਿਹੜੇ ਆ ਉਹ ਆ ਰਹੇ ਆ ਹਿੰਦੁਸਤਾਨ ਦੇ ਵਿੱਚੋਂ ਇੱਕ ਫਲਾਈਟ ਤੇ ਫਲਾਈਟ ਤੇ ਇਹਨੂੰ ਟੈਰਰਿਸਟ ਜਿਹੜੇ ਆ ਬੰਬ ਮਾਰ ਕੇ ਉਡਾਉਂਦੇ ਆ। ਤੇ ਇਹ ਬੰਦੇ ਡਿੱਗਦੇ ਕੋਈ ਇਮੈਜੀਨੇਸ਼ਨ ਆ ਰਹੀ ਆ ਉਹਨਾਂ ਦੇ ਮਨ ਦੇ ਵਿੱਚ, ਤੇ ਉਸ ਤੋਂ ਹੀ ਫਿਰ ਸ਼ੁਰੂ ਹੁੰਦੀ ਹੈ ਸਟੋਰੀ, ਜਿਹਦੇ ਵਿੱਚ ਹਜ਼ਰਤ ਸਾਹਿਬ ਬਾਰੇ ਕੁਝ ਮੰਦੇ ਸ਼ਬਦ ਲਿਖੇ ਤਾਂ ਇਮੈਜੀਨੇਸ਼ਨ ਦੇ ਵਿੱਚ ਹੀ ਆ। ਪਰ ਉਹ ਮੈਨੂੰ ਕੁਝ ਕੁ ਲੇਖਕਾਂ ਦਾ, ਜਿਹੜੇ ਕ੍ਰੀਏਟਿਵ ਬੰਦੇ ਆ, ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਜੇ ਕੋਈ ਵੀ ਧਰਮ ਦੇ ਵਿੱਚ ਕੋਈ ਵਿਸ਼ਵਾਸ ਕਰਦੇ ਆ, ਉਹਨਾਂ ਦੇ ਬਾਰੇ ਊਲ ਜਲੂਲ ਬੋਲਣਾ, ਇਹ ਕਿਹੜੀ ਆਜ਼ਾਦੀ ਆ ਜੀ? ਮਤਲਬ ਇਹ ਸਾਨੂੰ ਇਹ ਵੀ ਤਾਂ ਮਨ ਦੇ ਵਿੱਚ ਹੁੰਦਾ ਹੀ ਆ, ਸਦਾਚਾਰ ਇਹ ਆ, ਸੱਭਿਆਚਾਰ ਇਹ ਆ ਕਿ ਅਸੀਂ ਬੋਲਣ ਦੀ ਆਜ਼ਾਦੀ ਤਾਂ ਰੱਖਦੇ ਆ, ਪਰ ਅਸੀਂ ਗਾਲਾਂ ਨਹੀਂ ਕੱਢਦੇ ਲੋਕਾਂ ਨੂੰ। ਹਾਂਜੀ। ਇਹ ਗਾਲਾਂ ਕੱਢਦੇ ਬਰਾਬਰ ਹੀ ਤੁਲਨਾ ਕਰ ਸਕਦੇ ਤੁਸੀਂ ਵੀ ਇਹ ਕਿਹੜੀ ਆਜ਼ਾਦੀ ਹੈ। ਤੁਸੀਂ ਜਿਹਨੂੰ ਕਹਿੰਦੇ ਕਿ ਮੈਨੂੰ ਲਿਖਣ ਦੀ ਆਜ਼ਾਦੀ ਹੈ, ਲਿਖਣ ਦੀ ਆਜ਼ਾਦੀ ਹੈ ਵੀ ਤੁਸੀਂ ਕਰੋੜਾਂ ਲੋਕਾਂ ਨੇ ਇੱਕ ਵਿਸ਼ਵਾਸ ਹੈ, ਉਸ ਵਿਸ਼ਵਾਸ ਦੇ ਖਿਲਾਫ ਉਹ ਗੱਲਾਂ ਲਿਖਣੀਆਂ ਜਿਹੜੀਆਂ ਕਿ ਚੁੱਭਦੀਆਂ ਹੋਣ। ਇਹ ਤਾਂ ਡਿਸਰਿਸਪੈਕਟ ਹੋ ਗਈ ਡਾਕਟਰ ਸਾਹਿਬ। ਪੂਰੀ ਡਿਸਰਿਸਪੈਕਟ ਆ। ਜਿੱਦਾਂ ਅਮੀਰ ਖਾਨ ਦੀ ਕਿਤਾਬ ਮੂਵੀ ਆਈ ਸੀ ਨਾ PK, ਹਾਂਜੀ, ਉਹਦੇ ਵਿੱਚ ਜਿੱਦਾਂ ਸ਼ਿਵਜੀ ਭਗਵਾਨ ਦਾ ਉਹਨੇ ਮਜ਼ਾਕ ਬਣਾਇਆ, ਤੇ ਉਹ ਮੈਂ ਵੀ ਜਦੋਂ ਦੇਖੀ ਸੀ ਮੂਵੀ ਪਹਿਲਾਂ ਤਾਂ ਮੈਨੂੰ ਵੀ ਇਦਾਂ ਹੀ ਲੱਗਾ ਕਿ ਸ਼ਿਵ ਜੀ ਦਾ ਇਹਨਾਂ ਨੇ ਮਜ਼ਾਕ ਬਣਾਇਆ ਹੈ। ਤੇ ਉਹਨਾਂ ਨੂੰ ਡਿਫੈਂਡ ਕਰ ਲਿਆ ਜੀ ਇਹ ਕ੍ਰੀਏਟਿਵ ਬੰਦੇ ਆ, ਇਹ ਤਾਂ ਕ੍ਰੀਏਟਿਵ ਆਰਟ ਆ, ਫਲਾਨਾ ਆ। ਵੀ ਕ੍ਰੀਏਟਿਵ ਆਰਟ ਦੇ ਵਿੱਚ ਇਹਨੇ ਸਾਡੇ ਤੇ ਜ਼ਰੂਰ ਮਜ਼ਾਕ ਕੱਸਣਾ। ਦੇਖੋ ਡਾਕਟਰ ਸਾਹਿਬ, ਕ੍ਰੀਏਟਿਵ ਹੋਣਾ ਇੱਕ ਗੱਲ ਆ, ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਓ। ਨਹੀਂ, ਉਹੀ ਗੱਲ ਹੈ ਨਾ, ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਲੋਕਾਂ ਨੂੰ ਗਾਲਾਂ ਕੱਢੋ। ਹਾਂਜੀ। ਤੇ ਦੂਸਰੀ ਗੱਲ ਇਹ ਵੀ ਹੈ ਨਾਲ ਹੀ, ਜੇ ਕੋਈ ਇਦਾਂ ਦਾ ਪਾਗਲ ਬੰਦਾ ਲਿਖਦਾ ਆ ਜਾਂ ਕੋਈ ਕ੍ਰੀਏਟਿਵ ਗੱਲ ਕਰ ਦਿੰਦਾ ਆ, ਉਹਨੂੰ ਛੱਡ ਦਿਓ ਗੱਲ ਅੱਲਾ ਤੇ ਭਗਵਾਨ ਤੇ ਜੋ ਮਰਜ਼ੀ ਤੁਸੀਂ ਕਹਿ ਲਓ, ਕਿ ਇਹਨੂੰ ਸਜ਼ਾ ਆਪੇ ਹੀ ਮਿਲ ਜਾਣੀ। ਤੁਸੀਂ ਆਪਣੇ ਆਪ ਹੀ ਸਿਕਿਉਰਿਟੀ ਗਾਰਡ ਬਣੇ ਰੱਬ ਦੇ ਵੀ ਅਸੀਂ ਮਾਰਨਾ ਇਹਨੂੰ, ਫੇਰ ਤੁਹਾਨੂੰ ਤੁਸੀਂ ਵੀ ਕੁਝ ਕਹਿੰਦੇ ਹੋਣੇ ਆ ਜ਼ਿੰਦਗੀ ਦੇ ਵਿੱਚ, ਹੋ ਸਕਦਾ ਤੁਸੀਂ ਵੀ ਅਫੈਂਡ ਕਰੋ ਕਿਸੇ ਨੂੰ। ਹਾਂਜੀ। ਫੇਰ ਤਾਂ ਅਸੀਂ ਸਾਰਿਆਂ ਦੇ ਇੱਕ ਦੂਜੇ ਦੇ ਗਲੇ ਕੱਟਣ ਦੇ ਹੋਈਏ। ਇੱਥੇ ਮੈਡੀਵਲ ਟਾਈਮਸ 'ਚ ਇਹੀ ਹੁੰਦਾ ਸੀ ਵੀ ਜਿਹੜਾ ਐਤਵਾਰ ਨੂੰ ਚਰਚ ਦੇ ਵਿੱਚ ਨਹੀਂ ਗਿਆ ਉਹਨੂੰ ਕੁੱਟੋ। ਅਗਲਾ ਜੌਨ ਸਟਿਊਅਰਟ ਮਿਲ ਦਾ ਉਹਨਾਂ ਦੀ ਥਾਟ ਹੁੰਦੀ ਸੀ ਕਿ ਮੈਂ ਚਰਚ 'ਚ ਨਹੀਂ ਗਿਆ ਤੁਸੀਂ ਕਹਿੰਦੇ ਵੀ ਨਰਕ ਨੂੰ ਚੱਲ ਜਾਣਾ। ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਜੇ ਨਰਕ ਨੂੰ ਹੀ ਜਾਣਾ ਤੇ ਜਾਣ ਦਿਓ, ਮੈਨੂੰ ਮੇਰੇ ਤੇ ਛੱਡ ਦਿਓ ਨਾ। ਹਾਂਜੀ। ਇੰਨੀ ਟੋਲਰੈਂਸ ਤਾਂ ਸਾਡੇ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਮਨ ਦੇ ਵਿੱਚ ਸਾਡੇ ਵੀ ਆਵੇ ਕੋਈ ਗੱਲ ਨਹੀਂ ਸਾਡੇ ਖਿਲਾਫ ਬੋਲਦਾ ਆ, ਪਰ ਜੇ ਇਸ ਬੰਦੇ ਨੂੰ ਕੁਝ ਹੋਣਾ ਹੈ ਆਪੇ ਹੀ, ਜਿਹਨੂੰ ਤੁਸੀਂ ਕਹਿੰਦੇ ਆ ਕਿ ਰੱਬ ਨੇ ਬਣਾਈ ਆ, ਦੁਨੀਆ ਬਣਾਈ ਆ, ਗੈਲੈਕਸੀ ਬਣਾਈ ਆ, ਯੂਨੀਵਰਸ ਬਣਾਇਆ ਆ,
ਜੇ ਉਹਦੇ ਵਿੱਚ ਇੰਨੀ ਵੀ ਤਾਕਤ ਹੈ ਨੇ, ਉਹ ਇੰਨਾ ਕਮਜ਼ੋਰ ਦਿਖਾਲਦੇ ਆ ਕਿ ਉਹ ਤਾਂ ਕੁਝ ਕਰ ਨਹੀਂ ਸਕਦਾ, ਅਸੀਂ ਕਰਾਂਗੇ ਕੁਝ। ਸੋ ਤੁਸੀਂ ਜਿਸ ਬੰਦੇ ਨੇ ਵੀ ਉਹ ਗੱਲ ਕੀਤੀ, ਜਿਹਦਾ ਲੈਬਨਾਨ ਦਾ ਬੰਦਾ ਆ, ਇੱਕ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਉਹਨੇ ਇੱਕ ਸਵਾਲੀਆ ਚਿੰਨ੍ਹ ਤੇ ਖੜਾ ਕਰ ਦਿੱਤਾ। ਹਾਂਜੀ, ਇੱਕ ਬੰਦੇ ਦਾ ਐਕਸ਼ਨ ਹੈ ਉਹਦਾ। ਹੁਣ ਜਿਹੜੇ ਆਮ ਅਮਰੀਕਨ ਇਹੀ ਸੋਚਦੇ ਹੋਣੇ ਆ ਕਿ ਮੁਸਲਮਾਨਾਂ ਨੂੰ ਇੰਨੀ ਵੀ ਅਕਲ ਨਹੀਂ ਕਿ ਬੰਦਾ ਨੇ ਲਿਖਿਆ, ਕੁਝ ਵੀ ਲਿਖਿਆ, ਮਾੜਾ ਲਿਖਿਆ ਚੰਗਾ ਲਿਖਿਆ, ਉਹਨੂੰ ਆਪੇ ਹੀ ਸਜ਼ਾ ਮਿਲੂ। ਤੁਸੀਂ ਕੌਣ ਹੁੰਦੇ ਸਜ਼ਾ ਦੇਣ ਵਾਲੇ? ਜੇ ਕਾਨੂੰਨ ਉਹਦੇ ਖਿਲਾਫ ਹੈਗਾ ਤਾਂ ਲਿਖ ਦਿਓ। ਪਰ ਅਮਰੀਕਾ ਦੇ ਪਹਿਲਾਂ ਇੰਗਲੈਂਡ ਦੇ ਵਿੱਚ ਐਕਚੁਅਲੀ ਰਹਿੰਦਾ ਹੁੰਦਾ ਸੀ, ਅੰਡਰਗਰਾਉਂਡ ਰਿਹਾ ਹੈ। ਹਾਂਜੀ, ਤੇ ਫਿਰ ਅਮਰੀਕਾ ਦੇ ਵਿੱਚ ਆਇਆ। ਐਕਚੁਅਲੀ ਲੇਟੈਸਟ ਜਿਹੜੀ ਉਹਦੀ ਵਾਈਫ ਦੀ 4 ਮੈਰਿਜ ਆ ਸਲਮਾਨ ਰਸ਼ਦੀ ਦੀਆਂ। ਲੇਟੈਸਟ ਜਿਹੜੀ ਆ ਲਕਸ਼ਮੀ ਪਦਮਨੀ। ਜੇ ਤੁਸੀਂ ਫੂਡ ਚੈਨਲ ਦੇਖਦੇ ਆ ਨਾ, ਕੁਕਿੰਗ ਚੈਨਲ ਦੇਖਦੇ ਆ, ਮੈਂ ਦੇਖਦਾ ਹੁੰਦਾ, ਕੁਕਿੰਗ ਦਾ ਮੈਨੂੰ ਬੜਾ ਸ਼ੌਕ ਹੈ। ਤੇ ਉਹ ਐਕਚੁਅਲੀ ਕਈ ਕੁਕਿੰਗ ਪ੍ਰੋਗਰਾਮ ਦਿੰਦੀ ਹੈ, ਬੜੀ ਸਟਾਰ ਹੈ ਕੁਕਿੰਗ ਦੇ ਵਿੱਚ ਜੀ। ਪਰ ਉਹ 2-3 ਸਾਲ ਹੀ ਰਹੀ ਇਹਦੇ ਨਾਲ, ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਟੁੱਟ ਗਈ। ਪਰ ਇਸ਼ੂ ਬਣਦੀ ਹੈ ਕਿ ਜੇ ਸਲਮਾਨ ਰਸ਼ਦੀ ਨੇ ਕੋਈ ਮਾੜੇ ਸ਼ਬਦ ਬੋਲਿਆ, ਅਸੀਂ ਉਹਨਾਂ ਦੀ ਪ੍ਰੋੜਤਾ ਨਹੀਂ ਕਰਨ ਕਿ ਕੋਈ ਬੰਦਾ ਗਾਲਾਂ ਕੱਢਣ ਲੱਗਾ ਕਿਸੇ ਨੂੰ, ਉਹਦੀ ਪ੍ਰੋੜਤਾ ਨਹੀਂ ਕਰਨੀ ਚਾਹੀਦੀ। ਹਾਂਜੀ, ਪਰ ਨਾਲ ਦੀ ਨਾਲ ਜੇ ਉਹਨੇ ਕਹਿ ਹੀ ਦਿੱਤਾ ਆ, ਤੁਹਾਨੂੰ ਇੰਨਾ ਭਰੋਸਾ ਤਾਂ ਹੋਣਾ ਚਾਹੀਦਾ ਅੱਲਾ ਤੇ, ਭਗਵਾਨ ਤੇ, ਵਾਹਿਗੁਰੂ ਤੇ, ਸਤਨਾਮ ਤੇ, ਵੀ ਉਹ ਆਪੇ ਹੀ ਆਪਣਾ ਬਦਲਾ ਲਊ। ਹਾਂਜੀ, ਕੋਈ ਇੰਨਾ ਕਮਜ਼ੋਰ ਤਾਂ ਹੈ ਨਹੀਂ ਜੀ। ਫਿਰ ਤੁਸੀਂ ਇੱਕ ਐਕਸ਼ਨ ਇਸ ਤਰ੍ਹਾਂ ਦਾ ਲੈ ਕੇ ਉਹਦੇ ਨਾਲ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਆ। ਹੁਣ ਜਿਹੜੇ ਆਮ ਸਧਾਰਨ ਅਮਰੀਕਨ ਆ, ਪਹਿਲਾਂ ਦੇਖੋ 9/11 ਤੋਂ ਬਾਅਦ ਕਿੱਦਾਂ ਹੋਇਆ ਇੱਥੇ। ਹਾਂਜੀ, ਫਿਲਮਾਂ ਬਣੀਆਂ, ਡਾਕੂਮੈਂਟਰੀਜ਼ ਬਣੀਆਂ, ਲੋਕੀ ਜਿਹੜੇ ਵੀ ਇਸਲਾਮ ਦੇ ਨਾਲ ਸੰਬੰਧ ਸਨ ਉਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਵਿਤਕਰਾ ਕੀਤਾ ਗਿਆ। ਇਹ ਉਹ ਗੱਲ ਨੂੰ ਮੁੜ ਕੇ ਯਾਦ ਲਾਉਣ ਵਾਲੀ ਗੱਲ ਹੈ। ਹਾਂਜੀ, ਕਾਫੀ ਸਾਲ ਹੋ ਗਏ ਸੀ, ਲੋਕੀ ਥੋੜਾ ਜਿਹਾ ਭੁੱਲਦੇ ਜਾਂਦੇ ਆ। ਇਸ ਵੇਲੇ ਜੋ ਬਾਈਡਨ ਦੁਆਲੇ ਹੋਏ ਆ, ਡੈਮੋਕ੍ਰੈਟਸ ਵਾਲੇ ਦੁਆਲੇ ਹੋਏ ਆ, ਇਲੀਗਲ ਮਾਈਗ੍ਰੇਸ਼ਨ ਦੇ ਖਿਲਾਫ ਹੋਏ ਆ, ਲੋਕਾਂ ਨੂੰ ਵੱਧਦੀਆਂ ਕੀਮਤਾਂ ਦਾ ਦੁੱਖ ਆ। ਪਰ ਤੁਸੀਂ ਇੱਕ ਨਾਲ ਉਹਨਾਂ ਨੂੰ ਹੋਰ ਇਸ਼ੂ ਦੇ ਦਿੱਤੀ ਹੈ। ਹਾਂਜੀ, ਇਹ ਵੀ ਨਿੰਦਣਯੋਗ ਹੈ। ਹਾਂਜੀ, ਜੇ ਕਹਿੰਦੇ ਹੁੰਦੇ ਆ ਵੀ ਉਹ ਗੱਲ ਗਲਤ ਹੈ ਨਾ, ਜਿਹੜੀ ਸਲਮਾਨ ਰਸ਼ਦੀ ਨੇ ਵੀ ਗੱਲ ਕੀਤੀ ਆ, ਉਹ ਵੀ ਗੱਲ ਗਲਤ ਹੈ। ਹਾਂਜੀ, ਉਹਨੂੰ ਅਫੈਂਡ ਨਹੀਂ ਇਸ ਤਰੀਕੇ ਨਾਲ ਕਰਨਾ ਚਾਹੀਦਾ। ਪਰ ਜੋ ਗੱਲ ਇਹ ਮਤਾਰ ਨੇ ਕੀਤੀ ਆ, ਲੈਬਨੀਜ਼ ਬੋਰਨ ਨੇ, ਤੇ ਇਹ ਵੀ ਗੱਲ ਗਲਤ ਹੈ। ਹਾਂਜੀ, ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਵਿਚਾਰ ਰੱਖਿਆ ਆ, ਉਹ ਮੰਦਾ ਹੈ ਚਾਹੇ ਚੰਗਾ ਆ, ਉਹਨੂੰ ਆਪਣਾ ਕਹਿੰਦੇ ਨੇ ਫਲ ਭੁਗਤਣ ਦਿਓ ਜੀ। ਬਿਲਕੁਲ, ਉਹਨੇ ਆਪੇ ਹੀ ਸਜ਼ਾ ਦੇ ਦੇਣੀ ਹੈ ਜਿਹਨੇ ਦੁਨੀਆ ਸਾਜੀ ਹੈ। ਹਾਂਜੀ, ਡਾਕਟਰ ਸਾਹਿਬ ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਮਾਸਕੋ ਨੇ ਨਾ ਵੈਸਟ ਦੀ ਜਿਹੜੀ ਹਿਪੋਕ੍ਰੇਸੀ ਹੈਗੀ ਆ, ਜਿਹੜਾ ਇਹ ਪਖੰਡ ਕਰਦੇ ਆ, ਇਹਦਾ ਹੁਣ ਭਾਂਡਾ ਭੰਨ ਦਿੱਤਾ। ਉਹਨਾਂ ਦਾ ਕਹਿਣਾ ਕਿ ਵੈਸਟ ਵਾਲੇ ਵੈਸੇ ਤਾਂ ਬੜਾ ਰੌਲਾ ਪਾਉਂਦੇ ਆ, ਬੜੀ ਗੱਲਬਾਤ ਕਰਦੇ ਆ, ਗਲੋਬਲ ਫੂਡ ਸਿਕਿਉਰਿਟੀ ਦੀ ਇਹਨਾਂ ਨੂੰ ਬੜੀ ਚਿੰਤਾ ਲੱਗੀ ਰਹਿੰਦੀ ਆ। ਤੇ ਉਹ ਕਹਿੰਦੇ ਆ, ਜਿਹੜੇ ਰਸ਼ੀਅਨ ਫੋਰਨ ਮਿਨਿਸਟਰੀ ਵਾਲੇ ਆ, ਕਹਿੰਦੇ ਕਿ ਜਿਹੜਾ ਯੂਕਰੇਨੀ ਅਨਾਜ ਵਾਲਾ ਨਾ ਇੱਕ ਵੀ ਜਹਾਜ਼ ਭੁੱਖੇ ਜਿਹੜੇ ਦੇਸ਼ ਹੈਗੇ ਆ ਜਿੱਥੇ ਇਹਨਾਂ ਦੀ ਲੋੜ ਹੈਗੀ ਆ ਅਨਾਜ ਦੀ, ਅਫਰੀਕਨ ਜਾਂ ਏਸ਼ੀਅਨ ਦੇਸ਼ਾਂ ਤੱਕ ਨਹੀਂ ਪਹੁੰਚਿਆ ਹੈਗਾ। ਉਹ ਕਹਿੰਦੇ ਕਿ ਵੈਸਟ ਗੱਲਾਂ ਕਰਨ ਨੂੰ ਹੀ ਆ ਕਿ ਸਾਡੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੈਗਾ। ਉਹ ਕਹਿੰਦੇ ਕਿ ਸਾਹਮਣੇ ਆ ਕੇ ਉਹ ਇਸ ਗੱਲ ਦਾ ਜਵਾਬ ਤਾਂ ਦੇਣ ਵੀ ਜਿਹੜੇ ਯੂਕਰੇਨੀ ਅਨਾਜ ਹੈਗਾ ਉਹ ਜਾਂਦਾ ਕਿੱਥੇ, ਇਹਨਾਂ ਨੂੰ ਭੇਜਣਾ ਚਾਹੀਦਾ ਜਿਹੜੇ ਦੇਸ਼ਾਂ ਦੇ ਵਿੱਚ ਇਸ ਦੀ ਜ਼ਰੂਰਤ ਆ, ਪਰ ਇਹ ਕਰ ਕੀ ਰਹੇ ਆ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਦਿਨ ਪਹਿਲਾਂ ਪ੍ਰੋਪੇਗੈਂਡਾ ਕੀਤਾ ਗਿਆ ਯੂਰਪੀਅਨ ਯੂਨੀਅਨ ਤੇ ਖਾਸ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ ਕਿ ਰਸ਼ੀਆ ਯੂਕਰੇਨ ਦੀ ਲੜਾਈ ਦੇ ਵਿੱਚ ਉੱਥੇ ਜਿਹੜੀ ਫੂਡ ਪ੍ਰੋਡਕਸ਼ਨ 30% ਜਿਹੜੀ ਅਨਾਜ ਜਾਂਦਾ ਆ ਯੂਕਰੇਨ ਦੇ ਵਿੱਚੋਂ ਜਾਂਦਾ, ਤਾਂ ਉਹ ਅਨਾਜ ਨਹੀਂ ਜਾ ਰਿਹਾ। ਖਾਸ ਤੌਰ ਤੇ ਅਫਰੀਕਾ ਦੇ ਕੰਟੀਨੈਂਟ ਦੀ ਗੱਲ ਕਰਦੇ ਸੀ ਕਿ ਅਫਰੀਕਾ ਦੇ ਵਿੱਚ ਤਾਂ ਭੁੱਖਮਰੀ ਆ। ਹਾਂਜੀ, ਕਈਆਂ ਦੇਸ਼ਾਂ ਦੇ ਵਿੱਚ ਤਾਂ ਹੁਣੇ ਹੀ ਆ।
ਸੋ ਉਹ ਭੁੱਖੇ ਮਰ ਜਾਣੇ ਆ, ਕਿਉਂਕਿ ਰਸ਼ੀਆ ਵਾਲਿਆਂ ਨੇ ਉਹਨੂੰ ਭੁੱਖੇ ਮਾਰ ਦੇਣਾ, ਇਹ ਜਾਣ ਨਹੀਂ ਦਿੰਦੇ ਸ਼ਿਪ ਇੱਥੋਂ। ਹਾਂਜੀ। ਫਿਰ ਟਰਕੀ ਵਾਲਿਆਂ ਨੇ ਇਹਨਾਂ ਨੂੰ, ਯੂਕਰੇਨ ਵਾਲਿਆਂ ਨੂੰ ਤਾਂ ਰਸ਼ੀਆ ਵਾਲਿਆਂ ਨੂੰ ਉੱਥੇ ਬਿਠਾਇਆ। ਉਹਨਾਂ ਨੇ ਇੱਕ ਸਮਝੌਤਾ ਕਰਾਤਾ ਕਿ ਕਮ ਸੇ ਕਮ ਲੜਾਈ ਦੇ ਵਿੱਚੋਂ ਤੁਸੀਂ ਸ਼ਿਪਾਂ ਨੂੰ ਜ਼ਰੂਰ ਜਾਣ ਦਿਓ, ਜਿਹੜੇ ਸ਼ਿਪਾਂ ਤੇ ਅਨਾਜ ਜਾਂਦਾ ਉਹਨਾਂ ਤੇ ਬੰਬਬਾਰੀ ਨਾ ਕਰਿਓ, ਉਹਨਾਂ ਤੇ ਮਿਸਲ ਨਾ ਮਾਰਿਓ। ਤੇ ਇਸ ਐਗਰੀਮੈਂਟ ਦੇ ਹਿਸਾਬ ਨਾਲ ਫਿਰ ਸ਼ਿਪ ਆਉਣੇ ਸ਼ੁਰੂ ਹੋਏ, ਅਨਾਜ ਲੈ ਕੇ ਗਏ ਉੱਥੋਂ। ਤੇ ਫਿਰ ਇੱਕ ਦਿਨ ਇਹਨਾਂ ਨੇ ਰਸ਼ੀਅਨ ਫੋਰਨ ਮਿਨਿਸਟਰੀ ਨੇ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੀ ਪ੍ਰੈਸ ਕਾਨਫਰੰਸ ਕਾਫੀ ਯੂਰਪੀਅਨ ਯੂਨੀਅਨ ਦੇ ਕਵਰੇਜ ਬਹੁਤ ਦਿੰਦੇ ਉੱਥੇ। ਤੇ ਉਹ ਕਹਿੰਦਾ, ਜਿਹੜਾ ਫੋਰਨ ਅਫੇਅਰਸ ਮਿਨਿਸਟਰੀ ਦਾ ਸਪੋਕਸਮੈਨ ਸੀ ਰਸ਼ੀਆ ਦਾ, ਉਹ ਕਹਿੰਦਾ ਵੀ ਤੁਸੀਂ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀ ਵੀ ਅਫਰੀਕਾ ਦੇ ਵਿੱਚ ਭੁੱਖਮਰੀ ਆ ਗਈ, ਵੀ ਉਹ ਸਾਡਾ ਕਰਕੇ ਆ ਗਈ ਕਿਉਂਕਿ ਅਸੀਂ ਉੱਥੇ ਅਨਾਜ ਨਹੀਂ ਜਾਣ ਦਿੰਦੇ। ਕਹਿੰਦਾ ਹੁਣ ਮੈਨੂੰ ਦੱਸੋ ਵੀ ਜਿੰਨੇ ਵੀ ਸ਼ਿਪ ਗਏ ਆ ਹੁਣ ਤਾਈਂ, ਇਹ ਸਾਰੇ ਦੇ ਸਾਰੇ ਵੈਸਟਰਨ ਯੂਰਪ ਨੂੰ ਗਏ ਆ, ਇਹਨਾਂ ਦੇ ਵਿੱਚੋਂ ਇੱਕ ਵੀ ਸ਼ਿਪ ਗਿਆ ਅਫਰੀਕਾ ਨੂੰ? ਹਾਂਜੀ। ਅੱਛਾ, ਫਿਰ ਦੇਖੋ ਉਸੇ ਦਿਨ ਖਬਰਾਂ ਲੱਗੀਆਂ ਹੀ ਸੀ, ਅਜੇ ਦੂਸਰੇ ਦਿਨ ਛਪਣੀਆਂ ਸੀ, ਪਰ ਵੈਬਸਾਈਟ ਤੇ ਤਾਂ ਉਸੇ ਦਿਨ ਲਾਉਂਦੇ ਨਾ ਜੀ। ਉਸੇ ਹੀ ਦਿਨ ਸ਼ਾਮ ਨੂੰ ਇਹ ਇੱਕ ਸ਼ਿਪ ਚਲ ਗਿਆ ਯੂਕਰੇਨ ਦੇ ਵਿੱਚ, ਜਿਹਦੀ ਕਿ ਪਹਿਲਾਂ ਹੀ ਅਨਾਉਂਸਮੈਂਟ ਕੀਤੀ ਸੀ। ਹੁਣ ਕਿਹਨੇ ਕੀਤੀ ਕਿ ਨਹੀਂ ਕੀਤੀ ਵੀ ਇਹ ਤਾਂ ਪਤਾ ਨਹੀਂ ਚੱਲਿਆ। ਇਹ ਕਹਿੰਦੇ ਕਿ ਇਹ ਸ਼ਿਪ ਅਨਾਜ ਲੈ ਕੇ ਜਾਊਗਾ ਇਥੀਓਪੀਆ ਨੂੰ। ਹਾਂਜੀ। ਅੱਛਾ, ਫਿਰ ਮਤਲਬ ਜਿਹੜੀ ਉਹ ਗੱਲ ਤਾਂ ਉਹਨਾਂ ਦੀ ਰਸ਼ੀਆ ਦੀ ਫੋਰਨ ਅਫੇਅਰਸ ਮਿਨਿਸਟਰੀ ਦੀ ਚੰਗੀ ਸੀ ਨਾ। ਹਾਂਜੀ। ਉਹਨਾਂ ਨੇ ਜਦੋਂ ਸਵਾਲ ਕੀਤਾ ਤੇ ਉਸੇ ਦਿਨ ਸ਼ਿਪ ਤਿਆਰ ਹੋ ਗਿਆ ਇਹਨਾਂ ਦਾ। ਉਹ ਅਜੇ ਗਿਆ ਜਾਂ ਨਹੀਂ ਗਿਆ ਉਹ ਨਹੀਂ ਗੱਲ ਕੀਤੀ ਇਹਨਾਂ ਨੇ। ਉਹਨਾਂ ਨੇ ਕਿਹਾ ਬਹੁਤ ਜਲਦ ਚਲੇ ਜਾਊਗਾ, ਪਰ ਸੇਮ ਡੇ ਐਗਜ਼ੈਕਟਲੀ। ਫਿਰ ਜਿੱਦਾਂ ਭਗਵੰਤ ਮਾਨ ਨੇ ਨਹੀਂ ਕੀਤਾ, ਪਹਿਲਾਂ ਸਿਕਿਉਰਿਟੀ ਹਟਾ ਲਈ, ਜਦੋਂ ਸਿੱਧੂ ਮੂਸੇ ਵਾਲਾ ਮਰ ਗਿਆ ਦੂਜੇ ਦਿਨ ਹੀ ਸਾਰਿਆਂ ਨੂੰ ਦੇ ਦਿੱਤੀ। ਹਾਂਜੀ। ਤੇ ਕਈ ਅਸਰ ਤਾਂ ਪੈਂਦਾ ਨਾ, ਜਦੋਂ ਤੁਸੀਂ ਮੀਡੀਆ 'ਚ ਆਪਣੀ ਮਾਈਲੇਜ ਲੈਂਦੇ ਆ ਤਾਂ ਕਈ ਵਾਰੀ ਗਲਤ ਮਾਈਲੇਜ ਲੈ ਹੋ ਜਾਂਦੀ ਹੈ। ਹਾਂਜੀ। ਤਾਂ ਕਹਿੰਦੇ ਸਾਰੇ ਦੇ ਸਾਰੇ ਸ਼ਿਪ ਜਿਹੜੇ ਨਾਲ ਲੈ ਕੇ ਵੈਸਟਰਨ ਯੂਰਪ ਨੂੰ ਗਏ ਆ, ਵੈਸਟਰਨ ਯੂਰਪ 'ਚ ਤਾਂ ਅਫਰੀਕਾ ਨਹੀਂ ਆ ਗਿਆ ਕਿਤੇ। ਹਾਂਜੀ। ਅੱਛਾ, ਉਸੇ ਹੀ ਦਿਨ ਉਹਨਾਂ ਨੇ ਸ਼ਿਪ ਭੇਜ ਦਿੱਤਾ ਕਿ ਇਹ ਸ਼ਿਪ ਜਾਊਗਾ ਵੀ ਖਾਸ ਤੌਰ ਤੇ ਇਥੀਓਪੀਆ ਨੂੰ ਲਿਖਿਆ ਸੀ ਉਹਨਾਂ ਨੇ। ਹਾਂਜੀ। ਹੁਣ ਇਥੀਓਪੀਆ ਦੇ ਵਿੱਚ ਉਹ ਪਹੁੰਚਾ ਜਾਂ ਨਹੀਂ ਪਹੁੰਚਾ ਇਹ ਅਲੱਗ ਗੱਲ ਹੈ, ਪਰ ਕਿੱਦਾਂ ਰਿਐਕਟ ਕਰਦੇ ਦੇਖੋ। ਪ੍ਰੋਪੇਗੈਂਡਾ ਕੀ ਸੀ ਤੇ ਬਾਅਦ ਦੇ ਵਿੱਚ ਕੀ ਨਿਕਲਿਆ। ਹੁਣ ਉਹਨਾਂ ਨੇ ਜੇ ਉਹ ਪ੍ਰੈਸ ਕਾਨਫਰੰਸ ਨਾ ਕਰਦੇ ਨਾ ਤਾਂ ਕਦੇ ਵੀ ਕੋਈ ਸ਼ਿਪ ਅਫਰੀਕਾ ਨਹੀਂ ਸੀ ਜਾਣਾ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ, ਪਰ ਦੇਖ ਲਓ ਤੁਸੀਂ ਜਿਹੜਾ ਵੈਸਟ ਦਾ ਪਖੰਡਵਾਦ ਹੈਗਾ ਸਾਹਮਣੇ ਤਾਂ ਫਿਰ ਆਈ ਗਿਆ ਤੇ ਉਹਦੇ ਤੇ ਤੁਰੰਤ ਇਹਨਾਂ ਨੇ ਰਿਐਕਟ ਵੀ ਕਰ ਦਿੱਤਾ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਰੈਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਘਰ ਤੇ ਜਿਹੜੀ ਰੇਡ ਦਾ ਆਰਡਰ ਸੀ ਦੇਣ ਵਾਲੇ ਯੂਐਸ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਤੇ ਹੁਣ ਇੰਪੀਚਮੈਂਟ ਦੀ ਮੰਗ ਕਰਨ ਲਈ ਇੱਕ ਰੈਜ਼ੋਲੂਸ਼ਨ ਉਹਨਾਂ ਨੇ ਪੇਸ਼ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਗਾਰਲੈਂਡ ਨੇ ਆਪਣੀ ਜਿਹੜੀ ਪਾਵਰਸ ਹੈਗੀਆਂ ਨੇ ਉਹਨੂੰ ਮਿਸਯੂਜ਼ ਕੀਤਾ। ਕੀ ਕਹਿਣਾ ਚਾਹੋਗੇ? ਉਹਨਾਂ ਨੇ ਪਹਿਲਾਂ ਵੈਸੇ ਮੰਗ ਕੀਤੀ ਸੀ ਰਿਪਬਲਿਕਨਜ਼ ਨੇ ਕਿ ਅਟਾਰਨੀ ਜਨਰਲ ਨੇ ਭੇਜੇ FBI ਵਾਲੇ ਇੱਕ ਫਾਰਮਰ ਪ੍ਰੈਜ਼ੀਡੈਂਟ ਦੇ ਖਿਲਾਫ। ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਕਿ ਇੱਕ ਸਿਟਿੰਗ ਪ੍ਰੈਜ਼ੀਡੈਂਟ ਆ ਉਹ ਇੱਕ ਪੁਰਾਣੇ ਪ੍ਰੈਜ਼ੀਡੈਂਟ ਦੇ ਖਿਲਾਫ ਕਾਰਵਾਈ ਕਰੇ। ਹਾਂਜੀ। ਤਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ, ਕਿ ਐਡੀ ਵੱਡੀ ਗੱਲ ਨਹੀਂ ਹੋਣੀ ਚਾਹੀਦੀ ਸੀ। ਉਹਨਾਂ ਨੇ ਅਸਤੀਫਾ ਦੇਣ ਤੋਂ ਨਾ ਕਰਤੀ। ਉਹ ਕਹਿੰਦੀ ਕੋਈ ਗੱਲ ਨਹੀਂ, ਫਿਰ ਅਸੀਂ ਇਹਨਾਂ ਨੂੰ ਇੰਪੀਚ ਕਰ ਦੇਵਾਂਗੇ। ਹਾਂਜੀ। ਤੇ ਇੰਪੀਚਮੈਂਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਪੇਸ਼ ਕਰਤਾ। ਪਾਸ ਨਹੀਂ ਇਹਨਾਂ ਦਾ ਹੋਣਾ ਕਿਉਂਕਿ ਹਾਊਸ ਆਫ ਰੈਪਰੈਜ਼ੈਂਟੇਟਿਵ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਹੈ ਤੇ ਸੈਨੇਟ ਦੇ ਵਿੱਚ ਇਹਨਾਂ ਦੇ ਦੋਹਾਂ ਦੇ 50 ਮੈਂਬਰ ਹੈ। ਹਾਂਜੀ। ਹੁਣ ਪਿਛਲੀ ਵਾਰੀ ਸੈਨੇਟ ਦੇ ਵਿੱਚ ਜਿਹੜਾ ਜਿਹਨਾਂ ਬਜਟ ਬਿੱਲ ਪਾਸ ਕਰਾਇਆ ਤਾਂ ਉਹਦੇ ਵਿੱਚ ਪੰਜਾਬੀ ਉੱਥੇ ਸਿਲੀਕਨ ਵੈਲੀ ਦੇ ਕਹਿੰਦੇ ਆ ਕਮਲੀ ਹੈਰਿਸ ਨੇ ਵੋਟ ਪਾਈ। ਸਪੀਕਰ ਨੂੰ ਫਿਰ ਉਦੋਂ ਵੋਟ ਪਾਉਣੀ ਪੈਂਦੀ ਜਦੋਂ ਫਿਰ ਟਾਈ ਤੋੜਨੀ ਹੋਵੇ ਤਾਂ। ਹਾਂਜੀ। 50-50 ਸੈਨੇਟ ਦੋਹੀਂ ਪਾਸੇ ਹੋ ਗਏ ਤੇ ਜਿਹੜੀ ਟਾਈ ਤੋੜੀ ਆ ਉਹ ਕਮਲਾ ਹੈਰਿਸ ਨੇ ਤੋੜੀ। ਹਾਂਜੀ। ਹੁਣ ਇਸ਼ੂ ਵੱਡੀ ਬਣੀ ਆ, ਜੇ ਤਾਂ ਉਹਨਾਂ ਦੇ ਵਿੱਚ ਇਹ ਜੋ ਕੁਛ ਇਹ ਕਹਿੰਦੇ ਸੀ ਕਿ ਜੇ ਵਾਕਿਆ ਹੀ ਉੱਥੇ ਸੀਕ੍ਰੇਟ ਡਾਕੂਮੈਂਟ ਜਿਹੜੇ ਆ ਕਲਾਸੀਫਾਈਡ ਪਏ ਸੀ,
ਜਿਹੜੇ ਕਿ ਡੋਨਲਡ ਟਰੰਪ ਲਿਜਾ ਨਹੀਂ ਸਕਦਾ ਉੱਥੇ। ਹਾਂਜੀ। ਜੇ ਤਾਂ ਉਹ ਲੱਭ ਆਏ ਉਹ ਕੋਰਟ ਦੇ ਵਿੱਚ ਪੇਸ਼ ਕਰਤੇ ਫਿਰ ਤਾਂ ਉਹਨਾਂ ਨੂੰ ਰਿਪਬਲਿਕਨਜ਼ ਨੂੰ ਤੇ ਖਾਸ ਤੌਰ ਤੇ ਡੋਨਲਡ ਟਰੰਪ ਨੂੰ ਜਵਾਬ ਦੇਣਾ ਪਊਗਾ ਕਿ ਤੁਸੀਂ ਇਹਨਾਂ ਡਾਕੂਮੈਂਟਸ ਨੂੰ ਕੀ ਕਰ ਰਹੇ ਹੋ ਜੀ। ਤੇ ਜੇ ਉਹ ਜੋ ਕਲੇਮ ਕਰ ਰਿਹਾ ਜੇ ਕੋਈ ਨਾ ਹੋਏ ਫਿਰ ਸਵਾਲ ਕਈ ਕਿਸਮ ਦੇ ਉੱਠਣਗੇ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਇੱਕ ਫਾਰਮਰ ਪ੍ਰੈਜ਼ੀਡੈਂਟ ਚੀਫ ਐਗਜ਼ੈਕਟਿਵ ਰਿਹਾ ਆ ਉਹਦੇ ਘਰ ਤੇ ਤੁਸੀਂ ਰੇਡ ਕਰ ਰਹੇ ਆ ਔਰ ਦੂਸਰਾ ਤੁਹਾਨੂੰ ਇਹ ਵੀ ਪਤਾ ਹੈ ਕਿ ਇਹਨੇ ਦੁਬਾਰਾ ਫਿਰ ਪ੍ਰੈਜ਼ੀਡੈਂਟ ਦੀ ਚੋਣ ਲੜਨੀ ਹੈ। ਇਹ ਤੁਸੀਂ ਧਮਕੀ ਦੇ ਰਹੇ ਆ ਜਾਂ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ। ਗੱਲ ਕੀ ਹੋ ਰਹੀ ਹੈ? ਹਾਂਜੀ। ਤੇ ਇਸ ਵੇਲੇ ਰਿਪਬਲਿਕਨਜ਼ ਦੀ ਜਿਹੜੀ ਉਹਨਾਂ ਦੀ ਦਲੀਲ ਇਹ ਆ ਕਿ ਉਹਨਾਂ ਡਾਕੂਮੈਂਟਸ ਦੇ ਵਿੱਚ ਕੋਈ ਵੀ ਸੀਕ੍ਰੇਟ ਡਾਕੂਮੈਂਟ ਨਹੀਂ ਸੀ, ਕੋਈ ਇਦਾਂ ਦਾ ਨਹੀਂ ਸੀ ਜਿਹ ਤੇ ਪਾਬੰਦੀ ਲਾਈ ਹੋਵੇ ਜਿਹੜੀ ਨਹੀਂ ਲਿਜਾ ਸਕਦੇ ਸੀ। ਹਾਂਜੀ। ਜੇ ਉਹ ਠੀਕ ਹੈ ਤਾਂ ਪਤਾ ਲੱਗ ਜਾਊਗਾ ਇੱਕ ਦੋ ਦਿਨਾਂ ਦੇ ਵਿੱਚ ਕਿਉਂਕਿ ਕੋਰਟ ਦੇ ਵਿੱਚ ਸਭ ਕੁਝ ਪੇਸ਼ ਕਰਨਾ ਪੈਣਾ ਹੈ। ਹਾਂਜੀ। ਐਕਚੁਅਲੀ ਡਾਕਟਰ ਸਾਹਿਬ ਡੋਨਲਡ ਟਰੰਪ ਨੇ ਤਾਂ ਜਿਹੜਾ ਉਹਨਾਂ ਦਾ ਹੈਗਾ ਆ ਟਰੂਥ ਐਂਡ ਸੋਸ਼ਲ ਐਪ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਵੀਡੀਓਜ਼ ਉੱਥੇ ਪਾਏ ਨੇ ਉੱਥੋਂ ਤਾਂ ਇਹੀ ਪ੍ਰਤੀਤ ਹੁੰਦਾ ਜਿਵੇਂ ਵੀ ਉਹ ਇਲੈਕਸ਼ਨ ਦੇ ਲਈ ਬਿਲਕੁਲ ਪ੍ਰਿਪੇਅਰਡ ਨੇ, ਉਹ ਬਿਲਕੁਲ ਰੈਡੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਸ਼ਾਰਟ ਕਲਿੱਪਸ ਦੇ ਵਿੱਚ ਪ੍ਰਚਾਰ ਕੀਤਾ ਹੈਗਾ। ਉਹਨਾਂ ਦਾ ਇਹ ਵੀ ਲੱਗਦਾ ਕਿ ਸ਼ਾਇਦ ਰੇਡ ਦਾ ਕਰਕੇ ਜੇ ਉਹ ਕਨਵਿੰਸ ਹੈ ਕਿ ਮੇਰੇ ਕੋਲ ਕੋਈ ਵੀ ਕਲਾਸੀਫਾਈਡ ਡਾਕੂਮੈਂਟ ਨਹੀਂ ਸੀ ਤਾਂ ਫਿਰ ਉਹ ਥੋੜਾ ਜਿਹਾ ਪਹਿਲਾਂ ਵੀ ਅਨਾਉਂਸਮੈਂਟ ਕਰ ਸਕਦੇ ਆ। ਹਾਂਜੀ। ਕਿਉਂਕਿ ਪਹਿਲਾਂ ਤਾਂ ਸ਼ਾਇਦ ਸੋਚਦੇ ਸੀ ਕਿ ਇਸ ਇਲੈਕਸ਼ਨ ਤੋਂ ਬਾਅਦ ਜਿਹੜੀ 8 ਨਵੰਬਰ ਨੂੰ ਹੋਣੀ ਉਸ ਤੋਂ ਬਾਅਦ ਕਰਨਗੇ, ਹੁਣ ਉਹਨਾਂ ਦਾ ਲੱਗਦਾ ਕਿ ਸ਼ਾਇਦ ਅਕਤੂਬਰ ਦੇ ਵਿੱਚ ਹੀ ਕਰਨ। ਜੀ ਡਾਕਟਰ ਸਾਹਿਬ। ਤੇ ਹੁਣ ਆਖਰੀ ਪਲਾਂ ਦੇ ਵਿੱਚ ਇੱਕ ਵਾਰ ਫਿਰ ਵਿਚਾਰ ਪੇਸ਼ ਕਰੋ ਜੀ। ਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਬੋਲਣ ਨਾਲੋਂ ਜ਼ਿਆਦਾ ਸੁਣਨ ਦੀ ਆਦਤ ਪਾਓ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 6045929191। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।